मेरी सुरत पलाती तेरे ना दे अखर ने बट इंटरव्यू मुक्की नहीं तो सानू दे दो माइक। सत श्री अकाल जी, अखर ते ਤੁਹਾਡਾ बहुत बहुत स्वागत है। जिवें मक्की दी छल्ली हुंदी है, कणक दी बल्ली हुंदी है, उवें बाजरे दा सिट्टा हुंदा है। ਓ ਯਾਰ ਤੂੰ ਦੱਸਤਾ ਲੋਕਾਂ ਨੇ ਉੱਥੇ ਜਾ ਕੇ ਦੇਖਣਾ ਸੀ। देखिए लकी ड्रॉ है आपके लिए। ऐसे ना करो गाइस, बहुत मेहनत लगी इस फिल्म ते म्यूजिक ते। ਕਹਾਣੀ ਜਿਹੜੀ ਹੈ ਜਦੋਂ ਕੁਦਰਤ ਤੁਹਾਡੇ ਉੱਤੇ ਮਿਹਰਬਾਨ ਹੋਵੇ ਤੇ ਉਦੋਂ ਬੰਦੇ ਦੇ ਅੰਦਰ ਫੁਰਦੀ ਹੈ ਤੇ ਹਨਾ ਲਿਖੀ ਵੀ ਉਦੋਂ ਹੀ ਜਾਂਦੀ ਹੈ। ਫੁਰਦੀ ਵਰਡਸ ਵੀ ਬਹੁਤ ਸੋਹਣਾ ਗਿਆ ਜੀ ਫੁਰਦੀ। ਸੋ ਮਤਲਬ ਮੈਂ ਆਪਣਾ ਸਵਾਲ ਭੁੱਲ ਗਈ। ਗਾਣਿਆਂ ਤੇ ਰੀਲਾਂ ਬਣਾ ਕੇ ਸਾਨੂੰ ਟੈਗ ਕਰੋ, ਤਾਨੀਆਂ ਨੂੰ ਟੈਗ ਕਰੋ, ਰੀਲਾਂ ਬਣਾ ਕੇ ਤੁਸੀਂ YouTube ਤੇ ਪਾਓ। ਜਿਹਦੀ ਰੀਲ ਸਾਨੂੰ ਸਭ ਤੋਂ ਵਧੀਆ ਲੱਗੂਗੀ ਉਹਨੂੰ ਮੈਂ ਅਗਲੀ ਮੂਵੀ ਅਸੀਂ ਪਲਾਨ ਕਰ ਰਹੇ ਹਾਂ, ਉਸ ਫਿਲਮ ਦੇ ਵਿੱਚ ਉਸ ਕੁੜੀ ਨੂੰ ਕਾਸਟ ਕੀਤਾ। ਹੋਰ ਦੱਸੋ, ਹੋਰ ਅੱਖਰ ਵਾਲਿਆਂ ਨੂੰ ਐਂਟਰਟੇਨ ਕਰਨੀ, ਸਾਡੀ ਆਡੀਅנס ਨੂੰ ਐਂਟਰਟੇਨ ਕਰਨੀ। ਅਸੀਂ ਹੋਸਟ ਨੂੰ ਅੱਜ ਰਿਲੀਵ ਕਰ ਦਾਂਗੇ। ਕੋਈ ਹੋਰ ਸਵਾਲ ਪੁੱਛ ਲਓ ਪਲੀਜ਼। ਨਹੀਂ ਜ਼ਰੂਰ ਹੋਇਆ ਹੋਏਗਾ। ਇਹਦਾ ਮੈਂ ਪੁੱਛਦੀ ਇਹਨੂੰ ਹੈਡਲਾਈਨ ਤੇ ਲਾਇਓਗੇ। ਬਾਜਰੀ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ, ਰੁੱਟੜਾ ਜਾਂਦਾ ਮਾਈਆਂ, ਰੁੱਟੜਾ ਜਾਂਦਾ ਮਾਈਆਂ ਵੇ ਅਸਾਂ ਗਲੀ ਵਿੱਚੋਂ ਮੋੜਿਆ, ਬਾਜਰੀ ਦਾ ਸਿੱਟਾ। ਬਸ। Hi guys, this is Tanya. Please go and subscribe Akhar. ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਹੈ, ਇਹ ਸਭ ਗੱਲਾਂ ਪਿਛਲੇ ਦੌਰ ਦੀਆਂ ਨੇ। ਅੱਜ ਤਾਂ ਦੌਰ ਹੀ ਕੁੜੀਆਂ ਦਾ ਆ। ਇਸੇ ਕਰਕੇ ਸਾਡਾ ਪੰਜਾਬੀ ਸਿਨੇਮਾ ਵੀ ਕੁੜੀਆਂ ਨੂੰ ਅੱਗੇ ਲੈ ਕੇ ਆ ਰਿਹਾ, ਕੁੜੀਆਂ ਨਾਲ ਜੁੜੇ ਹੋਏ ਪੱਖਾਂ ਨੂੰ ਸਾਡੇ ਸਨਮੁਖ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਸੋ ਇਸੇ ਹੀ ਤਰ੍ਹਾਂ ਦਾ ਟ੍ਰੇਲਰ ਪਿਛਲੇ ਦਿਨੀ ਰਿਲੀਜ਼ ਹੋਇਆ ਹੈ ਫਿਲਮ ਬਾਜਰੇ ਦਾ ਸਿੱਟਾ ਦਾ, ਜੋ ਕਿ ਬਹੁਤ ਰੁੱਗ ਭਰ ਭਰ ਕੇ ਉਹਨੂੰ ਪਿਆਰ ਵੀ ਮਿਲ ਰਿਹਾ ਹੈਗਾ। ਸੋ ਇਸ ਵੇਲੇ ਮੇਰੇ ਨਾਲ ਫਿਲਮ ਦੀ ਜਿੰਦ ਜਾਨ ਤਾਨੀਆ ਮੌਜੂਦ ਹੈ। ਸੋ ਉਹਨਾਂ ਦੇ ਨਾਲ ਹੀ ਫਿਲਮ ਦੇ ਰਾਈਟਰ ਔਰ ਡਾਇਰੈਕਟਰ ਜਸ ਗਰੇਵਾਲ ਜੀ ਮੌਜੂਦ ਨੇ। ਸੋ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਔਰ ਤਾਨੀਆ, ਅਸੀਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਜੇਕਰ ਮੈਂ ਤਾਨੀਆ ਦੀ ਗੱਲ ਕਰਾਂ, ਸੋ ਇੱਕ ਸੁਪਨਾ ਦੇਖਿਆ ਸੀਗਾ ਔਰ ਸੋਹਣੇ ਲੇਖ ਲਿਖਾ ਕੇ ਵਧੀਆ ਕਿਸਮਤ ਤੋਂ ਬਾਅਦ ਅੱਜ ਦਰਸ਼ਕਾਂ ਨੂੰ ਬਾਜਰੇ ਦਾ ਸਿੱਟਾ ਭੇਂਟ ਕਰਨ ਵਾਲੇ ਹੋ। ਸੋ ਇਹ ਫਿਲਮ ਕਿਉਂ ਚੁਣੀ? ਜਸ ਗਰੇਵਾਲ ਸਰ। ਜਸ ਗਰੇਵਾਲ ਸਰ ਦਾ ਇੱਕ ਜੋਨਰ ਹੈ ਜੋ ਦੂਰੋਂ ਵੇਖ ਕੇ ਪਤਾ ਲੱਗ ਜਾਂਦਾ ਹੈ ਵੀ ਇਹ ਦੀ ਜਸ ਗਰੇਵਾਲ ਫਿਲਮ ਹੈ। ਉਹ ਇੱਕ ਫਰੇਮ ਹੈ, ਉਹ ਇੱਕ ਪਿਓਰਿਟੀ ਹੈ। ਸੋ ਜੇ ਮੈਨੂੰ ਕੋਈ ਪੁੱਛੇ ਵੀ ਕਿਉਂ ਚੁਣੀ ਤੇ ਇਹ ਹੈ ਵਨ ਐਂਡ ਓਨਲੀ ਦਿਸ ਇਜ਼ ਦ ਰੀਜ਼ਨ। ਦੂਜੀ ਗੱਲ, ਮੇਰੇ ਲਈ ਬਹੁਤ ਵੱਡੀ ਗੱਲ ਸੀ ਵੀ ਮੈਂ ਜੈਨੂਇਨਲੀ ਬਹੁਤ ਐਫਰਟ ਲਾਇਆ ਸ਼ੁਰੂ ਤੋਂ, ਛੋਟੇ ਛੋਟੇ ਸਟੈਪਸ ਲੈ ਕੇ ਵੀ ਮੈਂ ਫਿਲਮਾਂ ਕਰਨੀਆਂ ਨੇ। ਇੱਕ ਫੀਮੇਲ ਸੈਂਟਰਿਕ ਫਿਲਮ ਜੋ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ। ਸੋ ਇਹ ਰੀਜ਼ਨ ਹੈ ਜੀ ਮੈਂ ਫਿਲਮ ਕੀਤੀ। ਤੁਸੀਂ ਜਸ ਗਰੇਵਾਲ ਹੋਣਾ ਦਾ ਜ਼ਿਕਰ ਕੀਤਾ, ਸੋ ਸਾਡੇ ਦਰਸ਼ਕਾਂ ਨੂੰ ਵੀ ਇਹ ਪਤਾ ਹੀ ਹੋਏਗਾ ਕਿ ਬਿਹਤਰੀਨ ਸਿਨੇਮਾ ਦਾ ਆਨੰਦ ਜਿਹੜਾ ਹੈਗਾ ਉਹ ਜਸ ਗਰੇਵਾਲ ਹੋਣਾ ਦੀ ਕਲਮ ਦੇ ਜ਼ਰੀਆ, ਉਹਨਾਂ ਦੀ ਡਾਇਰੈਕਸ਼ਨ ਦੇ ਜ਼ਰੀਏ ਜਿਹੜਾ ਹੈਗਾ ਮਾਣਿਆ ਹੈਗਾ। ਹੁਣ ਤੱਕ ਬਹੁਤ ਵਧੀਆ ਫਿਲਮਾਂ ਜਿਵੇਂ ਦਾਣਾ ਪਾਣੀ ਦੀ ਗੱਲ ਕਰੀਏ, ਬੰਬੂ ਕਾਟ, ਅਫਸਰ, ਰੱਬ ਦਾ ਰੇਡੀਓ 2 ਜਿਹੜੀਆਂ ਨੇ, ਉਹਨਾਂ ਫਿਲਮਾਂ ਦੇ ਵਿੱਚ ਜਿਹੜਾ ਹੈ ਆਪਣੇ ਪੂਰੇ ਜੋਹਰ ਜਿਹੜੇ ਨੇ ਉਹ ਸਰ ਨੇ ਦਿਖਾਏ ਨੇ। ਸੋ ਸਰ ਬਾਜਰੇ ਦਾ ਸਿੱਟਾ ਦੀ ਜੇ ਮੈਂ ਗੱਲ ਕਰਾਂ, ਇਹ ਨਾਂ ਕਿਉਂ ਤੁਹਾਨੂੰ ਇੰਨਾ ਕਲਿੱਕ ਕੀਤਾ ਕਿ ਤੁਹਾਨੂੰ ਲੱਗਾ ਕਿ ਇਹਨੂੰ ਸਿਰਲੇਖ ਹੀ ਫਿਲਮ ਦਾ ਬਣਾ ਦਿੱਤਾ ਜਾਵੇ? ਪਤਾ ਕੀ, ਅਸੀਂ ਇੱਕ ਗੱਲ ਸੀਗੀ ਕਿ ਇਹ ਸ਼ੁਰੂ ਇੱਥੋਂ ਹੋਇਆ ਕਿ ਇੱਕ ਦਿਨ ਮੈਂ ਸੁਰਿੰਦਰ ਕੌਰ ਦੇ ਗਾਣੇ ਸੁਣ ਰਿਹਾ ਸੀ, ਮੈਂ ਤੇ ਮੇਰੇ ਦੋਸਤ। ਅਸੀਂ ਬੈਠੇ ਗਾਣੇ ਸੁਣ ਰਹੇ ਤੇ ਅਸੀਂ ਤਾਰੀਫ ਕਰ ਰਹੇ ਸੀ, ਯਾਰ ਕਿੰਨੇ ਸੋਹਣੇ ਗਾਣੇ ਨੇ ਨਾ ਇਹ, ਵੀ ਇਹ ਸਾਡੇ ਪੰਜਾਬ ਦੇ ਕਲਚਰ ਦੀ ਅਮੀਰੀ ਵੀ ਆ ਤੇ ਇਹ ਗਾਣੇ ਸਾਡਾ ਹਿੱਸਾ ਨੇ, ਹੈ ਨਾ। ਤੇ ਮੈਨੂੰ ਸੁਣਦੇ ਫੀਲ ਹੋ ਗਿਆ ਕਿ ਯਾਰ ਮੈਂ ਇੱਕ ਮੂਵੀ ਬਣਾਵਾਂ। ਮਤਲਬ ਇਸ ਫਿਲਮ ਦੀ ਖੁਸ਼ਬੂ ਮੈਨੂੰ ਆਉਣ ਲੱਗ ਗਈ। ਜਿਵੇਂ ਕਹਾਣੀ ਹੁੰਦੀ ਹੈ ਨਾ, ਪਹਿਲਾਂ ਇੱਕ ਫੀਲਿੰਗ 'ਚ ਆਉਂਦੀ ਆ, ਉਦੋਂ ਤੁਸੀਂ ਉਹ ਸੁਣਾ ਨਹੀਂ ਸਕਦੇ ਕਿਸੇ ਨੂੰ, ਤੁਸੀਂ ਕੁਛ ਫੀਲ ਕਰ ਰਹੇ ਹੁੰਦੇ ਹੋ। ਫਿਰ ਉਹ ਜਿਵੇਂ ਸੁਪਨਾ ਹੌਲੀ ਹੌਲੀ ਯਾਦ ਆਉਂਦਾ, ਜੇ ਤੁਸੀਂ ਰਾਤ ਨੂੰ ਉੱਠ ਕੇ ਰੀਕਾਲ ਕਰੋ ਨਾ, ਤੇ ਫਿਰ ਥੋੜ੍ਹੀ ਜਿਹੀ ਕਹਾਣੀ ਬਣਦੀ ਹੈ, ਫਿਰ ਥੋੜ੍ਹੀ ਜਿਹੀ ਹੋਰ ਬਣਦੀ ਹੈ। ਸੋ ਬਣਦੀ ਗਈ ਤਾਂ ਉਹ ਪੰਜਾਬੀ ਫੋਕ ਦੀ ਖੁਸ਼ਬੂ ਲੈ ਕੇ ਆਈ ਸੀ। ਤੇ ਮੈਂ ਇੱਕ ਗੱਲ ਸਮਝ ਗਿਆ ਸੀ ਕਿ ਇਸ ਕਹਾਣੀ ਦੀ ਸੋਲ ਪੰਜਾਬੀ ਫੋਕ ਹੀ ਆ, ਤੇ ਅਸੀਂ ਪੰਜਾਬੀ ਫੋਕ ਨਾਲ ਹੀ ਆਡੀਅנס ਨੂੰ ਇਸ ਕਹਾਣੀ ਵੱਲ ਅਟਰੈਕਟ ਕਰਨਾ। ਤੇ ਬਾਜਰੇ ਦਾ ਸਿੱਟਾ ਕਿਤੇ ਨਾ ਕਿਤੇ ਫੋਕ ਦੇ ਵਿੱਚ ਸਭ ਤੋਂ ਸੋਹਣਾ ਨਾਮ ਆ। ਮੈਂ ਆ ਕੇ ਪ੍ਰੋਡਿਊਸਰਸ ਨੂੰ ਜਦੋਂ ਕਿਹਾ, ਮੈਂ ਐਵੇਂ ਸੰਗਦੇ ਜਿਹੇ ਨੇ ਕਿਹਾ, ਮੈਂ ਕਿਹਾ ਵੀ ਬਾਜਰੇ ਦਾ ਸਿੱਟਾ ਕਿਵੇਂ ਹੋਊ? ਕਹਿੰਦੇ ਯਾਰ ਬਹੁਤ ਵਧੀਆ ਟਾਈਟਲ ਆ, ਬਹੁਤ ਵਧੀਆ ਟਾਈਟਲ ਆ। ਤੇ ਮੇਰੇ ਨਾਲ ਮੇਰਾ ਦੋਸਤ ਬੈਠਾ ਸੀ, ਉਹ ਕਹਿੰਦਾ ਹਾਂ ਬਾਈ ਮੈਂ ਤਾਂ ਤੁਹਾਨੂੰ ਕੱਲ੍ਹ ਦਾ ਹੀ ਕਹਿ ਰਿਹਾ ਬਹੁਤ ਵਧੀਆ ਟਾਈਟਲ ਆ। ਮੈਂ ਕਿਹਾ ਹੁਣ ਪ੍ਰੋਡਿਊਸਰਸ ਨੇ ਕਿਹਾ ਹੁਣ ਮੈਨੂੰ ਜ਼ਿਆਦਾ ਵਧੀਆ ਲੱਗ ਰਿਹਾ। ਫਿਰ
ਤਾਨੀਆ ਨੂੰ, ਐਮੀ ਨੂੰ, ਸਾਰਿਆਂ ਨੂੰ ਟਾਈਟਲ ਬਹੁਤ ਸੋਹਣਾ ਲੱਗਾ। ਇੰਨੀ ਖੁਸ਼ੀ ਹੁੰਦੀ ਹੈ ਨਾ ਜਦੋਂ ਤੁਹਾਡੀ ਫਿਲਮ ਦੇ ਟਾਈਟਲ ਇੰਨੇ ਸੋਹਣੇ ਹੁੰਦੇ, ਉਹਨੂੰ ਤੁਹਾਡੇ ਥੀਮ ਦੇ ਨਾਲ ਜਾਂਦੇ। ਸੋ ਜਿਸ ਦਿਨ ਸਰ ਨੇ ਕਿਹਾ ਵੀ ਟਾਈਟਲ ਬਾਜੇ ਦਾ ਸਿੱਟਾ, ਅੱਧੀ ਤੇ ਸਾਨੂੰ ਖੁਸ਼ੀ ਉਦੋਂ ਹੀ ਹੋ ਗਈ ਸੀ ਵੀ ਲੈ ਵੀ ਇੰਨਾ ਸੋਹਣਾ ਟਾਈਟਲ ਮਿਲ ਗਿਆ ਸਾਨੂੰ। ਸੋ ਤਾਨੀਆ, ਇਹ ਬੜਾ ਹੁੰਦਾ ਇੱਕ ਐਕਟਰ ਲਈ ਮੈਥਡ ਐਕਟਿੰਗ, ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹ ਕੀਤੀ ਜਾਂਦੀ ਹੈ। ਜਿਵੇਂ ਉਹਨਾਂ ਨੇ ਕਿਹਾ ਕਿ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਜਿਹੜੇ ਸੀ, ਉਹਨਾਂ ਦੇ ਗੀਤ ਤੋਂ ਬਾਅਦ ਇੱਕ ਆਈਡੀਆ ਜਿਹੜਾ ਸੀ ਉਹ ਦਿਮਾਗ ਦੇ ਵਿੱਚ ਚੱਲਿਆ। ਸੋ ਤੁਸੀਂ ਫਿਰ ਕਿਵੇਂ ਇਸ ਕਿਰਦਾਰ ਦੇ ਵਿੱਚ ਆਉਣਾ ਸੀ? ਮੇਨ ਲੀਡ ਸੀਗੇ ਔਰ ਸਾਰਾ ਮੋਢਿਆਂ ਤੇ ਭਾਰ ਵੀ ਰਹਿਣ ਵਾਲਾ ਸੀਗਾ। ਸੋ ਕਿੱਦਾਂ ਇਹਦੀ ਤਿਆਰੀ ਕੀਤੀ? ਉਹਨਾਂ ਦੀ ਲਾਈਫ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਂ ਕਿਵੇਂ? ਬੀਬਾ ਜੀ, ਮੈਂ ਇੱਕ ਗੱਲ ਪਹਿਲਾਂ ਐਡ ਕਰਨਾ ਚਾਹੁੰਦਾ ਕਿ ਇਹ ਸੁਰਿੰਦਰ ਕੌਰ ਜੀ ਜਾਂ ਪ੍ਰਕਾਸ਼ ਕੌਰ ਜੀ ਦੀ ਬਾਇਓਪਿਕ ਨਹੀਂ ਹੈਗੀ, ਉਹਨਾਂ ਦੀ ਕਹਾਣੀ ਤੇ ਨਹੀਂ ਹੈਗੀ। ਇਹ ਉਹਨਾਂ ਦੇ ਜੀਵਨ ਨਾਲ ਸਿਰਫ ਇੱਕੋ ਚੀਜ਼ ਮਿਲਦੀ ਹੈ ਕਿ ਉਹ ਵੀ ਭੈਣਾਂ ਗਾਉਂਦੀਆਂ ਸੀ, ਜਿਹੜੀਆਂ ਸਾਡੀਆਂ ਬੀਬੀਆਂ ਨੇ ਇਹ ਵੀ ਗਾਉਂਦੀਆਂ ਨੇ, ਠੀਕ ਹੈ। ਉਹ ਵੀ ਫੋਕ ਗਾਉਂਦੀਆਂ ਸੀ, ਇਹ ਵੀ ਫੋਕ ਗਾਉਂਦੇ, ਲੇਕਿਨ ਇਹਨਾਂ ਦੀ ਆਪ ਦੀ ਕਹਾਣੀ ਹੈ। ਮੈਨੂੰ ਨਹੀਂ ਪਤਾ ਸੁਰਿੰਦਰ ਕੌਰ ਜੀ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਚੈਲੰਜਸ ਆਏ, ਮੈਨੂੰ ਪਤਾ ਵੀ ਨਹੀਂ। ਉਹਨਾਂ ਦੀ ਕਹਾਣੀ ਇਹ ਨਹੀਂ ਹੈਗੀ, ਇਹ ਸਾਡੀ ਆਪ ਦੀ ਕਲਪਨਾ ਤੋਂ ਪੈਦਾ। ਜੀ ਬਿਲਕੁਲ ਬਿਲਕੁਲ। ਪਰ ਜਿਵੇਂ ਇੱਕ ਗਾਇਕ ਦੇ ਹਾਵ ਭਾਵ ਹੁੰਦੇ ਨੇ ਜੋ ਅਸੀਂ ਐਜ਼ ਅ ਐਕਟਰ ਉਹਨਾਂ ਨੂੰ ਆਪਣੇ ਵਿੱਚ ਲੈ ਕੇ ਆਉਣਾ, ਸੋ ਉਹ ਮੇਰਾ ਮਤਲਬ ਸੀਗਾ ਕਿ ਉਹ ਕਿਵੇਂ ਆਪਣੇ ਅੰਦਰ ਲੈ ਕੇ ਆਂਦੇ, ਉਹਦੇ ਲਈ ਕੀ ਕੀ ਚੀਜ਼ਾਂ ਸੀ ਜਿਨ੍ਹਾਂ ਨੂੰ ਦੇਖਿਆ, ਜਾਣਿਆ ਜਾਂ ਸਮਝਿਆ? ਮੈਂ ਇਹਦੇ ਵਿੱਚ ਇੱਕ ਸਿੰਗਰ ਦਾ ਪ੍ਰੋਪਰਲੀ ਰੋਲ ਪਲੇ ਕੀਤਾ ਹੈ। ਅਤੇ ਜਦੋਂ ਅਸੀਂ ਸਿੰਗਿੰਗ ਕਰਦੇ ਹਾਂ ਨਾ, ਸਾਡੇ ਫੇਸ 'ਤੇ ਡਿਫਰੈਂਟ ਐਕਸਪ੍ਰੈਸ਼ਨਸ ਹੁੰਦੇ, ਸਾਡੇ ਗਲੇ 'ਚ ਬੇਸਿਕਲੀ ਐਕਸਪ੍ਰੈਸ਼ਨ ਹੁੰਦੇ, ਜ਼ੋਰ ਲੱਗਦਾ ਹੈ ਗਾਣ 'ਚ। ਸੋ ਜਿੰਨੇ ਵੀ ਗਾਣੇ ਸੀ ਸਾਡੇ ਕੋਲ, ਮੈਂ ਨਾਲ ਨਾਲ ਗਾਏ ਨੇ ਸੈੱਟ 'ਤੇ, ਅਤੇ ਤਾਂ ਕਿ ਉਹ ਨੈਚੁਰਲ ਐਂਡ ਰੀਅਲ ਐਕਸਪ੍ਰੈਸ਼ਨ ਆ ਸਕਣ। ਪਲੱਸ ਕੁਛ ਆਪ ਵੀ ਐਕਸਪ੍ਰੈਸ਼ਨਸ ਐਡ ਔਨ ਕੀਤੇ, ਬਿਕੋਜ਼ ਦੈਟ ਇਜ਼ ਵੋਟ ਸਿਨੇਮਾ ਇਜ਼। ਜਿਵੇਂ ਟ੍ਰੇਲਰ 'ਚ ਇੱਕ ਉਹ ਹੈ, ਮਿਸ਼ਰੀ ਤੋਂ ਮਿੱਠਾ ਹੈ ਤੂੰ ਨਿੰਮ ਨਾਲੋਂ ਕੌੜਿਆ। ਸੋ ਜਦੋਂ ਤੁਸੀਂ ਗਾਣਾ ਜਾਂ ਡਾਂਸ ਜਾਂ ਕੋਈ ਵੀ ਕਲਾ ਇੰਜੋਏ ਕਰਦੇ ਹੋ, ਤੁਹਾਡੇ ਐਕਸਪ੍ਰੈਸ਼ਨਸ ਆਟੋਮੈਟਿਕਲੀ ਆਉਂਦੇ ਨੇ। ਐਂਡ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਜੋ ਮੇਰੇ ਰਾਈਟਰ ਨੇ ਲਿਖਿਆ ਜਾਂ ਡਾਇਰੈਕਟਰ ਨੇ ਕਿਹਾ, ਮੈਂ ਉਹਨੂੰ ਜਿੰਨਾ ਇੰਜੋਏ ਕਰਕੇ ਆਪਣੇ ਅੰਦਰ ਉਸ ਕਰੈਕਟਰ ਨੂੰ ਲੈ ਕੇ ਕਰੂੰਗੀ, ਓਨਾ ਹੀ ਆਡੀਅנס ਉਹਨੂੰ ਰੀਅਲ ਫੈਕਟਰ 'ਚ ਐਕਸੈਪਟ ਕਰ ਪਾਏਗੀ। ਮੈਥਡ ਐਕਟਿੰਗ ਦੀ ਤੁਸੀਂ ਗੱਲ ਕਰ ਰਹੇ ਸੀ, ਮੈਥਡ ਐਕਟਿੰਗ ਜੀ ਉਹ ਹੈ ਜਿਹੜੀ ਸਟੇਜ 'ਤੇ ਤੁਸੀਂ ਕਰ ਸਕਦੇ ਹੋ, ਕਿਉਂਕਿ ਵਾਈਡ ਆਡੀਅנס ਹੈ, એનર્ਜੀ ਦੂਰ ਤੱਕ ਲਾਸਟ ਸੀਟ ਤੱਕ ਤੁਹਾਡੀ ਜਾਣੀ ਚਾਹੀਦੀ। ਪਰ ਜਦੋਂ ਤੁਹਾਡਾ 4K ਕੈਮਰਾਜ਼ ਨੇ ਅੱਜ ਕੱਲ੍ਹ, ਐਡੀ ਵੱਡੀ ਵੱਡੀ ਟੈਕਨੋਲੋਜੀ ਦੇ ਕੈਮਰਾਜ਼ ਨੇ, ਜਦੋਂ ਇੱਥੇ ਖੜੇ ਹੋ ਤਾਂ ਤੁਸੀਂ ਮੈਥਡ ਐਕਟਿੰਗ ਨਹੀਂ ਕਰ ਸਕਦੇ, ਉਹ ਵੇ ਬਿਯੋਂਡ ਚੱਲ ਜਾਏਗਾ ਤੁਹਾਡੀ ਰਿਕੁਆਇਰਮੈਂਟ ਤੋਂ। ਅਤੇ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹ ਕਰੈਕਟਰ ਜਿਹੜਾ ਪਲੇ ਕਰ ਰਹੇ ਹੋ, ਉਹਦੇ ਕੁਛ ਗੁਣ ਆਪਦੇ 'ਚ ਬਣਾ ਲਓ ਵੀ ਇਹ ਕਰੈਕਟਰ ਦੇ ਇਹ ਕਰੈਕਟਰਿਸਟਿਕਸ ਨੇ। ਐਂਡ ਜਦੋਂ ਮੈਂ ਸਵੇਰੇ ਇਹਦੇ ਕੋਸਟਿਊਮ ਪਾਣੇ ਆ, ਮੇਰੇ 'ਚ ਉਹ ਆ ਜਾਣੇ ਚਾਹੀਦੇ। ਅਤੇ ਜਦੋਂ ਮੈਂ ਕੋਸਟਿਊਮ ਲਾਣੇ, ਉਦੋਂ ਮੈਂ ਉਹ ਲਾ ਕੇ ਉਹ ਨਾਲ ਉੱਥੇ ਰੱਖ ਕੇ ਆਵਾਂ ਵੀ ਮੈਂ ਆਪ ਘਰ ਸੁੱਖ ਸਾਂਦੀ ਸ਼ਾਂਤ ਦਿਮਾਗ ਨਾਲ ਜਾ ਸਕਾਂ। ਸੋ ਇਹ ਚੀਜ਼ਾਂ ਹੁੰਦੀਆਂ। ਹਰ ਵਾਰੀ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਉਹਨੂੰ ਐਜ਼ ਨੈਚੁਰਲ ਐਂਡ ਐਫਰਟਲੈਸ ਪਲੇ ਕਰ ਸਕਾਂ, ਵੀ ਉਹ ਲੱਗੇ ਨਾ ਵੀ ਐਫਰਟ ਲਾ ਕੇ ਕੁਛ ਪਲੇ ਕੀਤਾ। ਸੋ ਇਹਦੇ 'ਚ ਵੀ ਮੈਂ ਇਹੀ ਕੀਤਾ, ਮੈਂ ਗਾਇਆ ਜੀ। ਸੋ ਸਰ ਨੇ ਰਿਕਾਰਡ ਕਰਕੇ ਗਾਣੇ ਦਿੱਤੇ ਸੀ, ਉਹ ਨਾਲ ਨਾਲ ਪ੍ਰੋਪਰ ਗਾਏ ਨੇ, ਸੋ ਇਸ ਕਿ ਉਹ ਪ੍ਰੋਪਰ ਗਾਇਆ ਲੱਗੇ। ਐਂਡ ਬਾਕੀ ਤੁਹਾਡੇ ਸਾਹਮਣੇ। ਸੋ ਤਾਨੀਆ, ਜਿਹੜੀ ਤੁਹਾਡੀ ਫਿਲਮ ਆਈ ਸੀ ਸੁਫਨਾ, ਕਿਤੇ ਨਾ ਕਿਤੇ ਉਹਦੇ ਕਰੈਕਟਰ ਦੇ ਨਾਲ ਵੀ ਥੋੜ੍ਹਾ ਜਿਹਾ ਜੋੜ ਕੇ ਦੇਖਿਆ ਜਾ ਰਿਹਾ। ਮੈਂ ਕਮੈਂਟਸ ਪੜ੍ਹ ਰਹੀ ਸੀਗੀ ਜੋ ਟ੍ਰੇਲਰ ਦੇ ਥੱਲੇ ਆਏ ਨੇ ਕਿ ਤਾਨੀਆ ਦਾ ਇੱਕ ਕਮਬੈਕ ਲੱਗ ਰਿਹਾ ਹੈਗਾ ਆ ਔਰ ਬੜਾ ਸੋਲਿਡ ਜਿਹਾ ਰੋਲ ਹੈਗਾ ਆ। ਸੋ ਤੁਸੀਂ ਰੂਪ ਕੌਰ ਵਾਲਾ ਜਿਹੜਾ ਤੁਹਾਡਾ ਇਹ ਕਿਰਦਾਰ ਸੀਗਾ, ਇਹਨੂੰ ਕਿਵੇਂ ਦੇਖ ਰਹੇ ਹੈਗੇ ਆ ਜਾਂ ਕਿਵੇਂ ਇਹਨੂੰ ਯਾਦ ਰੱਖਣਗੇ ਦਰਸ਼ਕ? ਇਸ ਤੋਂ ਪਹਿਲੇ ਮੇਰੀ ਲੇਖ ਆਈ ਹੈ, ਉਹ ਜ਼ਿਆਦਾ ਪੇਂਡੂ ਜਾਂ ਪਿਛਲੇ ਟਾਈਮ ਦੀ ਨਹੀਂ ਸੀ, ਤਾਂ ਕਰਕੇ ਉਹਨੂੰ ਇਸ ਜੌਨਰ 'ਚ ਨਹੀਂ ਰੱਖਿਆ ਜਾ ਰਿਹਾ, ਬਿਕੋਜ਼ ਉਹਦਾ ਇੱਕ ਅਲੱਗ ਜੌਨਰ ਸੀ। ਸੋ ਦਿਸ ਫਿਲਮ ਇਜ਼ ਬੀਂਗ ਕੰਪੇਅਰਡ ਵਿਦ ਸੁਫਨਾ ਬਿਕੋਜ਼ ਉਹ ਪਿੰਡਾਂ ਦੀ ਕਹਾਣੀ ਹੈ। ਪਰ ਇਹ ਫਿਲਮ ਦਾ ਸਟਿਲ ਜੌਨਰ ਸੁਫਨੇ ਨਾਲੋਂ ਬਹੁਤ ਅਲੱਗ ਹੈ। ਉਹ ਅੱਜ ਦੇ ਟਾਈਮ ਦੀ ਕਹਾਣੀ ਸੀ, ਇਹ ਪਿਛਲੇ ਟਾਈਮ ਦੀ ਕਹਾਣੀ ਹੈ। ਇਸ ਫਿਲਮ ਦੇ ਫਰੇਮਸ ਕ੍ਰੀਏਟ ਕੀਤੇ ਗਏ ਨੇ। all credit goes to the director and the direction team, ਜਿਨ੍ਹਾਂ ਨੇ ਇੱਕ ਪੁਰਾਣਾ ਟਾਈਮ, ਇੱਕ ਸਮਾਂ, ਉਹ ਮਿਠਾਸ, ਉਹ ਚਾਹੇ ਮਿਊਜ਼ਿਕ ਰਾਹੀਂ, ਉਹ ਚਾਹੇ ਸਕਰੀਨ ਪਲੇ ਰਾਹੀਂ, ਰਾਈਟਿੰਗ ਰਾਹੀਂ, ਡਾਇਰੈਕਸ਼ਨ ਰਾਹੀਂ, ਸਿਨੇਮੈਟੋਗ੍ਰਾਫੀ ਰਾਹੀਂ ਉਹ ਕ੍ਰੀਏਟ ਕੀਤਾ ਗਿਆ। ਸੋ ਜੇ ਤੁਸੀਂ ਕਹੋ ਵੀ ਇਹਨੂੰ ਅਸੀਂ ਸੁਪਨੇ ਨਾਲ ਕੰਪੇਅਰ ਕਰ ਦਈਏ ਤਾਂ ਆਪਾਂ ਨਹੀਂ ਕਰ ਸਕਦੇ। ਉਹਦਾ ਜੌਨਰ ਟੋਟਲ ਡਿਫਰੈਂਟ ਹੈ, ਇਹਦਾ ਟੋਟਲ ਡਿਫਰੈਂਟ ਹੈ। ਉਹ ਤੁਸੀਂ ਜਦੋਂ ਰੂਪ ਕੌਰ ਨੂੰ ਥੀਏਟਰ 'ਚ ਬਹਿ ਕੇ ਵੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਸੁਪਨੇ ਵਾਲਾ ਸੇਮ ਕਮਬੈਕ ਹੈ ਜਾਂ ਦਿਸ ਇਜ਼ ਅ ਬੈਂਚਮਾਰਕ ਇਨ ਇਟਸੈਲਫ। ਮੈਂ ਇੰਨਾ ਕਹਿਣਾ ਚਾਹੂੰਗੀ ਇਸ ਫਿਲਮ ਬਾਰੇ। ਉਹਦੇ ਲਈ 15 ਜੁਲਾਈ ਤੱਕ ਇੰਤਜ਼ਾਰ ਕਰਨਾ ਪਵੇਗਾ। ਅਸੀਂ ਦੇਖ ਰਹੇ ਸੀ ਬਹੁਤ ਛੋਟੀਆਂ ਚੀਜ਼ਾਂ 'ਤੇ ਫਿਲਮ ਦੀਆਂ 'ਤੇ ਕੰਮ ਕੀਤਾ ਗਿਆ, ਜਿਵੇਂ ਨਾਂ ਹੀ ਮੈਂ ਗੱਲ ਕਰਾਂ, ਕਿਰਦਾਰਾਂ ਦੇ ਨਾਂ ਰੂਪ ਅਤੇ ਬਸੰਤ। ਅਸੀਂ ਅਕਸਰ ਦੇਖਦੇ ਸੀ ਪੁਰਾਣੇ ਟਾਈਮ 'ਚ ਬਾਤ ਸੁਣਾਈ ਜਾਂਦੀ ਸੀ, ਉਹਦੇ 'ਚ ਰਾਜੇ ਦੇ ਪੁੱਤਰ ਹੁੰਦੇ ਸੀ ਰੂਪ ਬਸੰਤ। ਸੋ ਕਿੱਦਾਂ ਤੁਸੀਂ ਇਹ ਜਿਹੜੇ ਕਿਰਦਾਰ ਸੀਗੇ, ਕਿੱਦਾਂ ਇਹਨਾਂ ਨੂੰ ਡਿਸਾਈਡ ਕੀਤਾ? ਕਿਵੇਂ ਤੁਸੀਂ ਸੋਚਿਆ ਕਿ ਇਹ ਕਹਾਣੀ ਜਿਹੜੀ ਇਸ ਜ਼ਰੀਏ ਹੀ ਕਹਿਣੀ ਹੈਗੀ ਹੈ? ਜਿਵੇਂ ਤੁਸੀਂ ਗੱਲ ਕਰ
ਰਹੇ ਸੀ ਕਿ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਕਹਾਣੀ ਨਹੀਂ ਹੈ, ਹੋਰ ਵੀ ਬਹੁਤ ਸਾਰੀਆਂ ਸਿਸਟਰ ਜਿਹੜੀਆਂ ਨੇ ਉਹ ਗਾਇਕਾਵਾਂ ਰਹੀਆਂ ਨੇ, ਜਾਂ ਲਾਚੀ ਬਾਵਾ, ਗਲੋਰੀ ਬਾਵਾ ਦੀ ਗੱਲ ਕਰੀਏ, ਜਾਂ ਹੁਣ ਵੀ ਨੂਰਾ ਸਿਸਟਰ ਆਸ਼ਾ ਚੱਲ ਭੋਸਲੇ, ਰਿਹਾ ਲਤਾ ਹੈ ਨਾ। ਮੰਗੇਸ਼ਕਰ। ਔਰ ਸਾਰਿਆਂ ਦੀ ਮੁਸ਼ਕਿਲ ਤਾਂ ਰਹਿੰਦੀ ਹੈ, ਗਾਇਕੀ ਚ ਆਉਣਾ ਪੰਜਾਬ ਚ ਇੰਨਾ ਚੰਗਾ ਨਹੀਂ ਮੰਨਿਆ ਜਾਂਦਾ। ਸੋ ਤੁਸੀਂ ਆਪਣੇ ਕਿਰਦਾਰਾਂ ਨੂੰ ਕਿਵੇਂ ਢਾਲਿਆ ਜਦੋਂ ਇੱਕ ਆਈਡੀਆ ਆ ਗਿਆ ਕਿ ਹੁਣ ਇਸ ਪਾਸੇ ਲੈ ਕੇ ਜਾਣੀ ਆ? ਅਸਲ 'ਚ ਤਾਂ ਜੀ ਇਹ ਸਾਰਾ ਕੁਝ ਰੱਬ ਵੱਲੋਂ ਹੀ ਹੁੰਦਾ। ਕਹਾਣੀ ਤੁਹਾਨੂੰ ਇੱਕ ਸੁਪਨੇ, ਤੁਸੀਂ ਕਹਾਣੀ ਬਣਾਉਂਦੇ ਨਹੀਂ ਹੈਗੇ। ਜਿਵੇਂ ਤੁਸੀਂ ਆਪਦਾ ਸੁਪਨਾ ਆਪ ਤਾਂ ਨਹੀਂ ਬਣਾਉਂਦੇ ਨਾ, ਸੁਪਨਾ ਆਉਂਦਾ ਉਵੇਂ ਕਹਾਣੀ ਵੀ ਆਉਂਦੀ ਆ। ਜਿਹੜੀਆਂ ਮੈਂ ਕਹਾਣੀਆਂ ਜੀਵਨ 'ਚ ਇੱਕ ਦੋ ਬਣਾਈਆਂ ਨੇ ਉਹ ਚੱਲੀਆਂ ਨਹੀਂ, ਉਹ ਚੰਗੀਆਂ ਫਿਲਮਾਂ ਨਹੀਂ ਬਣੀਆਂ। ਜਿਹੜੀਆਂ ਮੇਰੀਆਂ ਸੋਹਣੀਆਂ ਫਿਲਮਾਂ ਨੇ ਜਿਹਨਾਂ ਤੁਸੀਂ ਸਟਾਰਟਿੰਗ 'ਚ ਨਾਮ ਵੀ ਲਿਆ, ਉਹ ਮੈਨੂੰ ਸੁਪਨੇ ਵਾਂਗੂ ਆਈਆਂ ਨੇ ਜੀ। ਠੀਕ ਹੈ, ਅਤੇ ਉਹ ਕਹਾਣੀ ਇੱਕ ਖੁਸ਼ਬੂ ਵਾਂਗੂ ਆ ਜਾਂਦੀ ਆ, ਫਿਰ ਉਹ ਤੁਹਾਡੇ ਅੰਦਰ ਬਣਦੀ ਚਲੀ ਜਾਂਦੀ ਹੈ। ਅਤੇ ਅਸਲ 'ਚ ਮੈਂ ਤਾਂ ਇਹ ਵੀ ਮੰਨਦਾ ਕਿ ਜਿਸ ਦਿਨ ਰੱਬ ਨੇ ਉਹ ਕਹਾਣੀ ਮੈਨੂੰ ਦਿੱਤੀ ਸੀ, ਉਸ ਦਿਨ ਹੀ ਰੱਬ ਨੂੰ ਪਤਾ ਸੀਗਾ ਕਿ ਇਹਦੇ 'ਚ ਨੂਰ ਹੋਏਗੀ, ਤਾਨੀਆ ਹੋਏਗੀ, ਹੈ ਨਾ, ਜੋਤਿਕਾ ਗਾਏਗੀ, ਨੂਰ ਗਾਏਗੀ, ਜੈਦੇਵ ਜੀ ਦਾ ਮਿਊਜ਼ਿਕ ਹੋਏਗਾ। ਉਹਨੇ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਭਾਗ ਲਾਉਣਾ ਹੁੰਦਾ, ਹੈ ਨਾ, ਉਹ ਲਾ ਦਿੰਦਾ। ਸੋ ਕਹਾਣੀ ਮੈਂ ਦੱਸ ਹੀ ਨਹੀਂ ਸਕਦਾ ਕਿ ਕਹਾਣੀ ਕਿਵੇਂ ਬਣਦੀ, ਕਹਾਣੀ ਆਪੇ ਹੀ ਬਣਦੀ ਹੈ ਜੀ। ਅਤੇ ਜਦੋਂ ਖੁੱਲ੍ਹਦੀ ਚਲੀ ਜਾਂਦੀ ਹੈ ਫਿਰ ਤੁਹਾਨੂੰ ਦਿਖਣ ਲੱਗ ਜਾਂਦਾ ਕਿ ਇਹ ਕਿਰਦਾਰ ਇਸ ਤਰ੍ਹਾਂ ਦਾ, ਇਹ ਕਿਰਦਾਰ ਇਸ ਤਰ੍ਹਾਂ। ਮੈਨੂੰ ਇੱਕ ਗੱਲ ਪਤਾ ਸੀ ਕਿ ਰੂਪ ਕੌਰ ਬਹੁਤ ਹੀ ਕੋਮਲ ਜਿਹਾ, ਨਾਜ਼ੁਕ ਜਿਹਾ ਕਿਰਦਾਰ ਆ, ਅਤੇ ਫੈਮਿਨਾਈਨ ਆ ਬਹੁਤ ਜ਼ਿਆਦਾ, ਅਤੇ ਤਾਨੀਆ ਉਹਦੇ ਲਈ ਬੈਸਟ ਸੀ, ਇਹ ਗੱਲ ਸੱਚ ਆ। ਤਾਨੀਆ ਨੇ ਕੰਮ ਵੀ ਬਹੁਤ ਜ਼ਬਰਦਸਤ ਕੀਤਾ। ਅੱਛਾ, ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ, ਮੇਰਾ ਤੇ ਤਾਨੀਆ ਦਾ ਨਾ, ਅਸੀਂ ਪਹਿਲਾਂ ਕੀਤੀ ਸੀ ਕਿ ਰੱਬ ਦਾ ਰੇਡੀਓ 2 ਜਦੋਂ ਵੀ ਅਸੀਂ ਮਿਲਣਾ ਜਾਂ ਮੈਂ ਇਹਦੇ ਸੈੱਟ 'ਤੇ ਜਾਣਾ ਜਾਂ ਕਦੇ, ਤਾਨੀਆ ਨੇ ਮੈਨੂੰ ਕਹਿਣਾ ਸਰ ਫਿਲਮ ਕਰਤੇ ਹੈ, ਹੈ ਨਾ। ਮੈਂ ਇਹਨੂੰ ਕਹਿੰਦਾ ਹੁੰਦਾ ਸੀ, याद है तानिया, मैं कहता ਸੀ ਤਾਨੀਆ ਮੇਰੇ ਕੋ मोहम्मद रफ़ी के 2 गाने याद करके सुना। हाँ, हमेशा मैंने कहते थे जिस दिन तू मैंने 2 पुराने गाने याद करके सुना देंगे उस दिन मैं फिल्म कर। मैं क्या, मैंने 2 पुराने गाने याद करके सुना, मैं तेरे नाल फिल्म करूंगा। ठीक, सो ਇਹਨੇ ਹਾਲ ਤੱਕ ਮੈਨੂੰ ਸੁਣਾਇਆ ਨਹੀਂ ਵੈਸੇ, ਹੁਣ ਸੁਣਾ ਸਕਦੇ ਹਾਂ ਜਿਹੜਾ ਮੈਂ ਕਿਹਾ सुने ਸਾਰੇ। ਸੋ ਅਸੀਂ ਹੁਣ ਸੁਣ ਸਕਦੇ ਹਾਂ, ਕਿਉਂਕਿ ਇਹ ਦੇਖੋ ਉਹਨਾਂ ਨੇ ਡਿਮਾਂਡ ਵੀ ਕੀਤੀ ਔਨ ਕੈਮਰਾ, ਕੁਝ ਪਲਾਨਡ ਵੀ ਨਹੀਂ ਸੀ, ਪਰ ਹੁਣ ਤੁਸੀਂ ਸੁਣਾ ਪਰ ਸਕਦੇ। ਅਸਲ 'ਚ ਜਿਹੜਾ ਪੁਰਾਣੇ ਗਾਣੇ ਯਾਦ ਕਰਕੇ ਸੁਣਾਉਣ ਦੇ ਪਿੱਛੇ ਆ ਕਿ ਪੁਰਾਣੇ ਗਾਣੇ, ਜਿਵੇਂ ਤੁਸੀਂ ਕਹਿੰਦੇ ਸੀ ਨਾ ਕਿ ਤਾਨੀਆ ਗੱਲ ਕਰਦੀ ਸੀ ਕਿ ਪੜ੍ਹਦੇ ਜੱਸ ਸਰ ਬਹੁਤ ਪੜ੍ਹਦੇ ਨੇ, ਮੇਰੀਆਂ ਕਿਤਾਬਾਂ ਅਸਲ ਦੇ ਵਿੱਚ ਤਾਂ ਉਹ ਪੁਰਾਣੇ ਗਾਣੇ ਨੇ। ਉਹ ਇੰਨੇ ਸੋਹਣੇ ਲਿਖੇ ਗਏ ਨੇ, ਇੰਨੀ ਮਿਠਾਸ ਆ, ਉਹ ਪੜ੍ਹ ਕੇ ਤੁਹਾਨੂੰ, ਮੈਂ ਜਿੰਨਾ ਗਾਣਿਆਂ ਤੋਂ ਸਿੱਖਿਆ, ਮੈਨੂੰ ਪੁਰਾਣੇ ਗਾਣੇ ਸੁਣਨ ਦਾ ਬਹੁਤ ਸ਼ੌਕ ਆ। ਮੈਨੂੰ ਲੱਗਦਾ ਪੁਰਾਣੇ ਗਾਣੇ ਸੁਣਨ ਕਰਕੇ ਹੀ ਮੈਂ ਰਾਈਟਰ ਡਾਇਰੈਕਟਰ ਬਣ ਪਾਇਆ, ਅਤੇ ਜੇ ਲੋਕ ਕਹਿੰਦੇ ਤੂੰ ਵਧੀਆ ਲਿਖਦਾ ਤਾਂ ਸ਼ਾਇਦ ਉਹੀ ਕਾਰਨ ਆ, ਕਿਉਂਕਿ ਉਹ ਇੰਨੀ ਮਿੱਠੀ ਸ਼ਾਇਰੀ ਆ, ਇੰਨੀ ਸਿੰਪਲ ਅਤੇ ਮਿੱਠੀ ਸ਼ਾਇਰੀ ਆ ਕਿ ਤੁਹਾਨੂੰ ਬਹੁਤ ਬਾਰੀਕ ਬੁੱਧੀ, ਥੋੜ੍ਹਾ ਦਿਮਾਗ ਬਾਰੀਕ ਕਰ ਦਿੰਦੀ ਹੈ, ਤੁਸੀਂ ਫਿਰ ਬਾਰੀਕ ਚੀਜ਼ਾਂ ਸੋਚਣ ਲੱਗ ਜਾਂਦੇ ਜੀ। ਪਰ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਜਿਹੜੀਆਂ ਔਰਤ ਕੇਂਦਰਿਤ ਫਿਲਮਾਂ ਆਉਂਦੀਆਂ ਨੇ, ਇੰਨਾ ਭਰਵਾਂ ਜਿਹੜਾ ਰਿਸਪੌਂਸ ਨਹੀਂ ਮਿਲਦਾ ਹੈਗਾ, ਫਿਰ ਵੀ ਤੁਸੀਂ 2 ਔਰਤਾਂ ਦੀ ਕਹਾਣੀ ਜਾਂ 2 ਕੁੜੀਆਂ ਦੀ ਜਿਹੜੀ ਕਹਾਣੀ ਆ ਦਿਖਾ ਰਹੇ ਹੈਗੇ ਆ। ਕਿੱਦਾਂ ਇਹ ਰਿਸਕ ਜਿਹੜਾ ਲੈਣਾ ਸੀ, ਜਾਂ ਜਦੋਂ ਇਹ ਸਟੋਰੀ ਤੁਸੀਂ ਬਣਾ ਰਹੇ ਸੀ ਅੰਦਰ ਕੋਈ ਡਰ ਵੀ ਸੀਗਾ? ਨਹੀਂ ਮੈਮ, ਡਰ ਤਾਂ ਨਹੀਂ ਸੀ, ਹੌਸਲਾ ਜੀ। ਰੱਬ ਦਾ ਰੇਡੀਓ ਬਣਾਈ ਹੈ ਸੋ ਉਹਦਾ ਬਹੁਤ ਵਧੀਆ ਰਿਸਪੌਂਸ ਰਿਹਾ। ਉਸ ਤੋਂ ਇਲਾਵਾ ਗੁੱਡੀਆਂ ਪਟੋਲੇ ਆਈ ਹੈ, ਬਹੁਤ ਵਧੀਆ ਰਿਸਪੌਂਸ ਰਿਹਾ ਹੈ। ਅੜਬ ਮੁਟਿਆਰਾਂ ਆਈ ਹੈ, ਬਹੁਤ ਵਧੀਆ ਰਿਸਪੌਂਸ ਰਿਹਾ। ਮੈਂ ਨਹੀਂ ਕਹਿ ਸਕਦੀ ਵੀ ਰਿਸਕ ਫੈਕਟਰ ਹੈ। ਨਹੀਂ, ਜਿਵੇਂ ਉਹੀ ਗੱਲ ਲੋਕ ਤਾਂ ਇਹ ਵੀ ਗੱਲ ਕਹਿੰਦੇ ਸੀਗੇ ਕਿ ਜੀ ਮਿਊਜ਼ਿਕ ਤਾਂ ਉਹ ਧੂਮ ਧੜਕੇ ਵਾਲਾ ਚੱਲਦਾ, ਹੈ ਨਾ, ਵਾਇਲੈਂਸ ਵਾਲਾ ਚੱਲਦਾ, ਅਤੇ ਤੁਹਾਡਾ ਇਹ ਮਿੱਠਾ ਮਿਊਜ਼ਿਕ ਕਿਵੇਂ ਚੱਲੂਗਾ। ਇਹ ਸਾਰੀਆਂ ਮਿਥਸ ਨੇ, ਠੀਕ ਹੈ, ਇਹ ਮਿਥਸ ਨੇ। ਆਪਾਂ ਨੂੰ ਲੱਗਦਾ ਕਿ ਇਹ ਚੱਲ ਰਿਹਾ ਹੈ ਤਾਂ ਯਹੀ ਚੱਲੇਗਾ, ਨਹੀਂ, ਤੁਸੀਂ ਆਪ ਦੇ ਦਿਲ ਨਾਲ ਕੋਈ ਹੋਰ ਚੀਜ਼ ਵੀ ਵਧੀਆ ਬਣਾਓਗੇ, ਜੋ ਸੋਹਣੀ ਆ ਉਹ ਵੀ ਚੱਲੇਗੀ। ਜੀ, ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਆਈਡੀਆ ਸੀਗਾ, ਜਦੋਂ ਬਾਜਰੇ ਦਾ ਸਿੱਟਾ ਦੀ ਗੱਲ ਹੋ ਰਹੀ ਹੈ, ਤੁਸੀਂ ਫਿਰ ਤੁਹਾਨੂੰ ਪਤਾ ਹੈ ਬਾਜਰੇ ਦਾ ਸਿੱਟਾ ਕੀ ਹੁੰਦਾ ਹੈ? ਹਾਂ, ਮੈਨੂੰ ਲੱਗਦਾ ਵੀ ਜਿਵੇਂ ਮੱਕੀ ਦੀ ਛੱਲੀ ਹੁੰਦੀ ਹੈ, ਕਣਕ ਦੀ ਬੱਲੀ ਹੁੰਦੀ ਹੈ, ਉਵੇਂ ਬਾਜਰੇ ਦਾ ਸਿੱਟਾ ਹੁੰਦਾ ਹੈ। ਜੀ, ਅਸੀਂ ਇਸ ਬਹੁਤ ਹੀ ਵਧੀਆ ਤੁਸੀਂ ਕਿਹਾ। ਸੋ ਜਿਵੇਂ ਅਸੀਂ ਇਹ 'ਚ ਤੁਹਾਨੂੰ ਗਾਣਿਆਂ ਜਿਹੜੇ ਹੈਗੇ ਗੁਣਗੁਣਾਉਂਦੇ ਵੀ ਦੇਖਿਆ ਹੈਗਾ, ਔਰ ਬਹੁਤ ਹੀ ਇੱਕ ਪੂਰਾ ਫੀਲ ਆਉਂਦਾ ਹੈਗਾ ਤੁਹਾਨੂੰ ਦੇਖ ਕੇ ਇੱਕ ਗਾਇਕਾ ਦਾ। ਸੋ ਕੀ ਇਹਦੇ ਲਈ ਤੁਸੀਂ ਗਾਉਣਾ ਵੀ ਸਿੱਖਿਆ ਫਿਰ? ਮੈਂ ਢੋਲਕੀ ਵਜਾਉਣੀ ਸਿੱਖੀ ਸੀ ਫੋਰ ਸ਼ੋਰ। ਗਾਣੇ ਦਾ ਮੈਂ ਕਲਾਸੀਕਲ ਡਾਂਸਰ ਹਾਂ, ਸੋ ਮੇਰਾ ਵੈਸੇ ਵੀ ਮੇਰੀ ਬੋਡੀ ਦਾ ਸਿੰਕ ਤਬਲੇ ਅਤੇ ਹਾਰਮੋਨੀਅਮ ਨਾਲ ਹੈ, ਬਿਕੋਜ਼ ਉਹ ਤੁਹਾਡੇ ਘੁੰਗਰੂ ਪੈਰਾਂ ਦੀ ਥਾਪ ਅਤੇ ਹਾਰਮੋਨੀਅਮ ਘੁੰਗਰੂ ਉਹਦੇ ਨਾਲ ਤਬਲੇ ਨਾਲ ਰਹਿਣਾ ਚਾਹੀਦਾ ਸਿੰਕ। ਸੋ ਆਫ ਬੀਟ ਨਹੀਂ ਹਾਂ ਮੈਂ,
that is for sure because मेरा डांस है ਇਹ गाने ਦੀ ਗੱਲ है so they're almost on same track so गाया मैं हाँ सुर मेरे ਉੱਪਰ ਥੱਲੇ ਹੋਣਗੇ ਆਵਾਜ਼ ਮੇਰੀ ਉਨੀ ਜ਼ਿਆਦਾ ਮਿੱਠੀ ਨਹੀਂ ਹੋਵੇਗੀ ਉਹ ਹੋ ਸਕਦਾ ਹੈ ਪਰ ਆਫ ਬੀਟ ਨਹੀਂ ਗਾਇਆ ਮੈਂ ਇੰਨਾ ਮੈਂ ਕਿਸੇ ਨੂੰ ਇਰੀਟੇਟ ਨਹੀਂ ਕੀਤਾ ਵੀ ਜਦੋਂ ਮੈਂ ਸੀਨ ਕਰਦੀ ਸੀ ਤੇ ਕੋਈ ਭੱਜਿਆ ਨਹੀਂ ਸੈੱਟ ਤੋਂ ਨਹੀਂ So, ਸਗੋਂ ਇਹਨੇ ਉਹ- ਉਹ ਤਾਨੀਆ ਨੇ ਸਿੱਖਿਆ ਮੈਨੂੰ ਯਾਦ ਆ ਜਦੋਂ ਲੁੱਕ ਟੈਸਟ ਲਈ ਆਉਂਦੀ ਹੁੰਦੀ ਸੀ ਤੂੰ ਸਾਡੇ ਕੋਲ ਤੇ ਉਸ ਤੋਂ ਪਹਿਲਾਂ ਕਿਤੋਂ ਰਿਆਜ਼ ਕਰਕੇ ਆਉਂਦੀ ਹੁੰਦੀ ਸੀਗੀ ਤਾਨੀਆ ਉਹ ਇਹਨੇ ਬਹੁਤ ਸੋਹਣਾ ਵਜਾਇਆ ਉਹ ਐਕਚੁਅਲੀ ਸੁਰਿੰਦਰ ਕੌਰ ਜੀ ਵਜਾਉਂਦੇ ਸੀਗੇ ਜੀ। ਉਹਨਾਂ ਦੀ ਕੁਝ ਮੈਂ ਵੀਡੀਓਜ਼ ਦੇਖੀਆਂ ਜੀ ਜੀ ਤੇ ਮੈਨੂੰ ਲੱਗਿਆ ਕਿ ਯਾਰ ਮੈਂ ਕਹਿੰਦਾ ਨਹੀਂ ਆਹ ਚੀਜ਼ ਹੈ ਇਹਨੂੰ ਮੈਂ ਵੀਡੀਓਜ਼ ਦਿਖਾਈਆਂ ਉਹ ਫਿਰ ਇਹਨੇ ਵਜਾਉਣਾ ਸਿੱਖਿਆ ਉਹ ਇਹਨੇ ਬਹੁਤ ਸੁਰ 'ਤੇ ਵਜਾਇਆ ਹੋਇਆ ਉਹ ਜੈਦੇਵ ਜੀ ਨੇ ਉਹ ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਕੰਪਲੀਮੈਂਟ ਕੀਤਾ ਕਹਿੰਦੇ ਯਾਰ ਇਹ ਕੁੜੀ ਜਸਟ ਸਿੰਗਰ ਮੈਂ ਕਿਹਾ ਨਹੀਂ ਭਾਜੀ ਐਕਟਰੈਸ ਆ ਕਹਿੰਦੇ ਯਾਰ ਇਹ ਬਿਲਕੁਲ ਸਹੀ ਵਜਾ ਰਹੀ ਹੈ ਮੈਂ ਭਾਜੀ ਇਹਨੇ ਸਿੱਖਿਆ ਕਹਿੰਦੇ ਵੈਰੀ ਗੁੱਡ ਸੋ ਮਤਲਬ ਉਹ ਕਿਰਦਾਰ ਨੂੰ ਸਮਝਣ ਦੇ ਲਈ ਪੂਰੀ ਮਿਹਨਤ ਕੀਤੀ ਸੋ ਗਾ ਕੇ ਜ਼ਰੂਰ ਕੁਝ ਸੁਣਾਓ ਕੀ ਸੁਣੋਗੇ ਆਪੇ ਦੋਵੇਂ ਸੁਣਾਣੇ ਆ ਬਾਜੇ ਦਾ ਸਿੱਟਾ ਸੁਣਾਣਾ ਚਲੋ। ਵੀ ਵੇਖੋ ਸੰਗੀਤ ਦਿਲੋਂ ਆਉਂਦਾ ਹੈ ਤੇ ਦਿਲੋਂ ਜਦੋਂ ਖੁਸ਼ੀ ਹੋਏ ਸੰਗੀਤ ਮਿੱਠਾ ਹੀ ਹੁੰਦਾ ਤੈਨੂੰ ਮਿੱਠਾ ਲਿਓ ਵੀ ਅਸੀਂ ਖੁਸ਼ ਆਂ ਦਿਲੋਂ ਮਿੱਠਾ ਸਾਡੇ ਲਿਓ ਫਿਲਮਾਂ ਦੇ। ਮੈਂ ਬਹੁਤਾ ਜ਼ਰੀਲਾ ਨਹੀਂ ਹਾਂ ਬਟ ਤੁਸੀਂ ਸਾਡੀ ਭਾਵਨਾ ਸੁਣਿਓ ਸਾਡੀ ਆਵਾਜ਼ ਨਾ ਸੁਣਿਓ ਠੀਕ ਹੈ ਹਾਂ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁੱਠੜਾ ਜਾਂਦਾ ਮਾਇਆ ਰੁੱਠੜਾ ਜਾਂਦਾ ਮਾਇਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਸ ਤੁਹਾਡੀ ਵੀ ਯਾਰ ਅੱਗੇ go। ਸੋ ਇਹ ਕਹਿ ਸਕਦੇ ਤੁਹਾਡੀ ਵੀ ਮੌਸੀਕੀ ਦੇ ਸਫ਼ਰ ਦੀ ਇਹ ਸ਼ੁਰੂਆਤ ਹੀ ਹੈ ਕਿਉਂਕਿ ਮੈਨੂੰ ਲੱਗ ਰਿਹਾ ਨਾਲ ਨਾਲ ਗਾਇਕੀ 'ਚ ਵੀ ਪੈਰ ਰੱਖਣ ਵਾਲੇ ਹੋ ਤੇ ਕੀ ਕਹਿਣਾ ਚਾਹੋਗੇ ਕਿਵੇਂ ਮਹਿਸੂਸ ਹੋ ਰਿਹਾ ਹੈ ਮੈਨੂੰ ਗਾ ਕੇ ਤੇ ਵਧੀਆ ਹੀ ਮਹਿਸੂਸ ਹੁੰਦਾ ਵੇਖੋ ਮੈਂ ਪ੍ਰੋਫੈਸ਼ਨਲੀ ਇਸ ਚੀਜ਼ ਬਾਰੇ ਨਹੀਂ ਸੋਚਦੀ ਮੈਂ ਸੋਚਦੀ ਹਾਂ ਵੀ ਜੋ ਮੈਨੂੰ ਆਉਂਦਾ ਮੈਂ ਉਹਨੂੰ ਪੋਲਿਸ਼ ਕਰਨ ਤੇ ਹੋਰ ਟਾਈਮ ਲਾਉਂਗੀ ਮੈਂ ਆਪਣੀ ਐਕਟਿੰਗ ਸਕਿੱਲਸ ਨੂੰ ਮੈਂ ਆਪਣੀ ਡਾਂਸਿੰਗ ਸਕਿੱਲਸ ਨੂੰ ਹੋਰ ਪੋਲਿਸ਼ ਕਰੂੰਗੀ ਆਪਦੇ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਕਲਚਰ ਨੂੰ ਨੈਕਸਟ ਲੈਵਲਸ ਤੇ ਰਿਪਰੈਜ਼ੈਂਟ ਕਰੂੰਗੀ ਰੈਦਰ ਦੈਨ ਵੀ ਮੈਂ ਇੱਕ ਟੋਟਲੀ ਨਵੀਂ ਚੀਜ਼ ਤੇ એનર્ਜੀ ਲਗਾ ਕੇ ਆਪਣੀ ਪੁਰਾਣੀ ਵੀ ਫੇਡ ਕਰ ਲਾਂ ਤੇ ਨਵੀਂ ਚੀਜ਼ ਵੀ ਪੂਰੀ ਤਰ੍ਹਾਂ ਨਾ ਗ੍ਰਿਪ ਫੜ ਪਾਵਾਂ ਸੋ ਮਹਾਰਾਜ ਨੇ ਜਿਹੜੀ ਦਾਤ ਬਖਸ਼ੀ ਹੈ ਉਹਦੀ ਖੁਸ਼ੀ ਮਨਾਈਏ ਉਹਨੂੰ ਪੋਲਿਸ਼ ਕਰੀਏ ਉਹਨੂੰ ਲੈ ਕੇ ਅੱਗੇ ਜਾਈਏ ਕੋਈ ਰੈਟ ਰੇਸ ਤਾਂ ਹੈ ਨਹੀਂ ਵੀ ਸਾਰੇ ਗਾਉਂਦੇ ਆ ਤੇ ਮੈਂ ਵੀ ਗਾਣਾ ਹੈ ਸੋ ਐਦਾਂ ਦਾ ਤੇ ਕੁਝ ਨਹੀਂ ਐਕਟਰਸ ਦੀ ਆਪਣੀ ਵੈਲਿਊ ਹੈ ਸਿੰਗਰਸ ਦੀ ਆਪਣੀ ਵੈਲਿਊ ਹੈ ਡਾਂਸਰਸ ਦੀ ਆਪਣੀ ਵੈਲਿਊ ਹੈ ਪੇਂਟਰ ਦੀ ਆਪਣੀ ਵੈਲਿਊ ਹੈ ਦੈਨ ਕਿਸੇ ਤੋਂ ਵੀ ਬਿਨਾ ਇਨਕੰਪਲੀਟ ਹੈ ਸਾਡੀ ਦੁਨੀਆ ਸੋ ਕਲਾ ਹੈ ਕਿਸੇ ਫਾਰਮ 'ਚ ਵੀ ਹੋਵੇ ਮੈਨੂੰ ਲੱਗਦਾ ਕਾਪੀ ਨਹੀਂ ਕਰਨਾ ਚਾਹੀਦਾ ਐਂਡ ਮੈਂ ਸਾਰਿਆਂ ਨੂੰ ਹੀ ਇਹ ਕਹੂੰਗੀ ਵੀ ਜੀ ਜ਼ਰੂਰੀ ਨਹੀਂ ਪੰਜਾਬ 'ਚ ਜੇ ਸਿੰਗਰ ਜ਼ਿਆਦਾ ਨੇ ਤੁਹਾਨੂੰ ਸਿੰਗਿੰਗ ਨਹੀਂ ਆਉਂਦੀ ਤੇ ਤੁਸੀਂ ਇਨਕੰਪਲੀਟ ਹੋ ਐਵੇਂ ਨਹੀਂ ਹੈ ਤੁਹਾਨੂੰ ਕੁਝ ਹੋਰ ਆਉਂਦਾ ਹੈਗਾ ਮੇ ਵੀ ਤੁਸੀਂ ਕੈਲੀਗ੍ਰਾਫੀ ਬਹੁਤ ਸੋਹਣੀ ਕਰਦੇ ਹੋ ਮੇ ਵੀ ਤੁਸੀਂ ਪੇਂਟਿੰਗ ਆਰਟ ਐਂਡ ਕਰਾਫਟ ਬਾਕੀ ਦੇ ਮਿੱਟੀ ਦੇ ਖਿਡੌਣੇ ਬਣਾਉਣੇ ਬਹੁਤ ਗੁਣ ਹੁੰਦੇ ਆ ਸੋ ਜਿਹੜਾ ਤੁਹਾਡਾ ਗੁਣ ਹੈ ਉਹਨੂੰ ਪੋਲਿਸ਼ ਕਰਨ ਤੇ ਟਾਈਮ ਲਾਓ ਉਹ ਸੁਪਨੇ ਪੂਰੇ ਕਰਨ ਤੇ ਟਾਈਮ ਲਾਓ ਘਰਦਿਆਂ ਨਾਲ ਉਹਦੀ ਡਿਸਕਸ਼ਨ ਕਰੋ ਉਸ ਚੀਜ਼ 'ਚ ਅੱਗੇ ਵਧਣ ਤੇ ਟਾਈਮ ਲਾਓ ਸੋ ਦਿਸ ਇਜ਼ ਆਲ ਅਬਾਊਟ ਸਾਡੀ ਫਿਲਮ ਬਾਜੇ ਦਾ ਸਿੱਟਾ ਅਸੀਂ ਨੋ ਡਾਊਟ ਅਸੀਂ ਸਿੰਗਰਸ ਚੁੱਕੇ ਨੇ ਬਿਕਾਜ਼ ਸਭ ਤੋਂ ਵੱਧ ਸਾਡਾ ਪੰਜਾਬੀ ਕਲਚਰ ਸਿੰਗਿੰਗ 'ਚ ਹੈ ਤਾਂ ਅਸੀਂ ਸਿੰਗਰਸ ਚੁੱਕੇ ਬਟ ਇਹ ਸਟੋਰੀ ਹਰ ਕਲਾਕਾਰ ਨਾਲ ਹਰ ਇੱਕ ਸੁਪਨੇ ਵਾਲੇ ਬੱਚੇ ਨਾਲ ਹਰ ਘਰ ਦੇ ਹਰ ਬੰਦੇ ਨਾਲ ਜਾਂਦੀ ਹੈ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਉਹਦੇ ਘਰ ਦੇ ਡਾਕਟਰ ਨੇ ਕਿਸੇ ਨੇ ਪਾਇਲਟ ਬਣਨਾ ਹੈ ਉਹਦੇ ਘਰਦਿਆਂ ਦੀ ਟੈਕਸੀਆਂ ਵੀ ਪਈਆਂ ਹੋ ਸਕਦੀਆਂ ਸੋ ਸੁਪਨਿਆਂ ਦੀ ਗੱਲ ਹੈ ਵੀ ਤੁਸੀਂ ਸੁਪਨੇ ਪੂਰੇ ਕਰਨੇ ਉਹ ਆਪਦੇ ਘਰਦਿਆਂ ਨਾਲ ਗੱਲ ਕਰੋ ਜਿਨ੍ਹਾਂ ਦੇ ਹੈ ਉਹਨਾਂ ਨੂੰ ਵੀ ਦੂਜੇ ਵੀ ਸਮਝਣ ਦਿਸ ਇਜ਼ ਆਲ ਅਬਾਊਟ ਸਾਡੀ ਫਿਲਮ ਬਾਜੇ ਦਾ ਸਿੱਟਾ ਐਂਡ ਸੱਚੀ 'ਚ ਇਹ ਨਹੀਂ ਕਿ ਮੇਰੀ ਫਿਲਮ ਹੈ ਜੇ ਕਿਸੇ ਹੋਰ ਦੀ ਵੀ ਫਿਲਮ ਹੁੰਦੀ ਨਾ ਮੈਂ ਤਾਂ ਵੀ ਤੁਹਾਨੂੰ ਇਹੀ ਦੱਸਦੀ ਵੀ ਮੈਂ ਵੇਖੀ ਹੈ ਇਹਦਾ ਇੱਕ ਫਰੇਮ ਮਿਸ ਕਰਨ ਵਾਲਾ ਨਹੀਂ ਐਂਡ ਆਈ ਥਿੰਕ ਆਲ ਕ੍ਰੈਡਿਟ ਗੋਜ਼ ਟੂ ਸਾਡੇ ਸਿਨੇਮੈਟੋਗ੍ਰਾਫਰ ਵਨ ਆਫ ਦ ਫਾਈਨੈਸਟ ਸਿਨੇਮੈਟੋਗ੍ਰਾਫਰ ਰਵੀ ਸਨਾ ਸਰ ਮੈਂ ਅੱਜ ਉਹਨਾਂ ਨੂੰ ਕਹੂੰਗੀ ਵੀ ਉਹਨਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਰਿਕਾਰਡ ਕੀਤਾ ਬਹੁਤ ਜਿੰਨੀ ਖੂਬਸੂਰਤੀ ਸਾਡੇ ਪੰਜਾਬ 'ਚ ਹੈ ਯਾਰ ਉਹਨਾਂ ਨੇ ਰਿਕਾਰਡ ਕਰਕੇ ਪਾਤੀ ਉਹਦੇ 'ਚ ਸੋ ਸਪੈਸ਼ਲੀ ਜਿਹੜੇ ਲੋਕੀ ਬਾਹਰ ਬੈਠੇ ਆ ਨਾ ਜਿਹੜਾ ਸਾਡਾ ਉਹ ਮਿੱਠਾ ਪੰਜਾਬ ਮਿਸ ਕਰਦੇ ਆ ਉਹ ਤਾਂ ਜ਼ਰੂਰ ਜਾਇਓ ਵੇਖਣ ਜਿਵੇਂ ਕੋਈ ਆਪਣਾ ਬਚਪਨ ਜੀ ਸਕਦਾ ਨਾ ਉਵੇਂ ਇਹ ਫਿਲਮ ਵੇਖ ਕੇ ਤੁਸੀਂ ਆਪਦਾ ਪੁਰਾਣਾ ਟਾਈਮ ਜੀ ਸਕਦੇ ਹੋ ਸੋ 2-2.5 ਘੰਟੇ ਇਸ ਅਕੋਰਡਿੰਗ ਤੁਹਾਡੇ ਲਈ ਬਣਾਏ ਗਏ ਜੈਸਰ ਜਿਵੇਂ ਤੁਸੀਂ ਕਿਹਾ ਕਿ ਕਹਾਣੀ ਜਿਹੜੀ ਹੈ ਜਦੋਂ ਕੁਦਰਤ ਤੁਹਾਡੇ ਉੱਤੇ ਮਿਹਰਬਾਨ ਹੋਵੇ ਤੇ ਉਦੋਂ ਬੰਦੇ ਦੇ ਅੰਦਰ ਫੁਰਦੀ ਹੈ ਤੇ ਹਨਾ ਲਿਖੀ ਵੀ ਉਦੋਂ ਹੀ ਜਾਂਦੀ ਹੈ ਫੁਰਦੀ ਵਰਡਸ ਵੀ ਬਹੁਤ ਸੋਹਣਾ ਗਿਆ ਜੀ ਫੁਰਦੀ ਸੋ ਮਤਲਬ ਮੈਂ ਆਪਣਾ ਸਵਾਲ ਭੁੱਲ ਗਈ ਸੋ
ਸੋ ਤੁਸੀਂ ਕਹਿ ਕੇ ਜਿਵੇਂ ਉਸ ਵੇਲੇ ਸੋ ਕੀ ਤੁਹਾਡੇ ਨਾਲ ਕਦੀ ਐਦਾਂ ਹੋਇਆ ਕਿ ਤੁਹਾਡਾ ਕੋਈ ਸੁਪਨਾ ਸੀ ਜਾਂ ਤੁਹਾਡਾ ਕੋਈ ਦਿਲੀ ਇੱਛਾ ਸੀਗੀ ਜਿਸ ਨੂੰ ਦਬਾਇਆ ਗਿਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਕਹਾਣੀ? ਕਿਉਂਕਿ ਕਮੈਂਟਸ ਮੈਂ ਪੜ੍ਹੇ ਮੋਸਟਲੀ ਥੱਲੇ ਕੁਛ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੇ ਕਮੈਂਟ, ਕੁੜੀਆਂ ਦੇ ਕਮੈਂਟ ਆਏ, ਸਾਨੂੰ ਵੀ ਗਾਉਣਾ ਪਸੰਦ ਸੀਗਾ ਪਰ ਸਾਡੇ ਘਰਦਿਆਂ ਨੇ ਸਾਨੂੰ ਅਲਾਓ ਨਹੀਂ ਕੀਤਾ, ਹੁਣ ਅਸੀਂ ਘਰ ਸੰਭਾਲ ਰਹੇ ਹਾਂ, ਹੈ ਨਾ? ਸਾਨੂੰ ਲੱਗਦਾ ਇਹ ਫਿਲਮ ਕਿਤੇ ਨਾ ਕਿਤੇ ਉਹਨਾਂ ਨੂੰ ਮੈਸੇਜ ਦੇ ਕੇ ਜਾਏਗੀ। ਸੋ ਤੁਸੀਂ ਇੰਨਾ ਵੱਡਾ ਇੱਕ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਔਰ ਕਿਤੇ ਨਾ ਕਿਤੇ ਉਹਨਾਂ ਦੇ ਘਰਦਿਆਂ ਤੱਕ ਉਹਨਾਂ ਦੀ ਗੱਲ ਕਹਿਣ ਦਾ ਵੀ ਇੱਕ ਜ਼ਰੀਆ ਬਣ ਰਹੇ ਹੈਗੇ ਆ। ਕੀ ਤੁਹਾਡੇ ਨਾਲ ਆਪ ਕਦੀ ਇੱਦਾਂ ਹੋਇਆ ਕੁਛ? ਕੋਈ ਹੋਰ ਸਵਾਲ ਪੁੱਛ ਲਓ ਪਲੀਜ਼। ਨਹੀਂ ਜ਼ਰੂਰ ਹੋਇਆ ਹੋਏਗਾ ਇਹਦਾ ਮੈਂ ਪੁੱਛਦੀ ਮੈਂ ਦੱਸਦੀ ਵੀ ਮੇਰੀ ਤੇ ਜਸ ਸਰ ਦੀ ਇੱਕ ਸਲਾਹ ਹਮੇਸ਼ਾ ਰਲਦੀ ਹੈ ਵੀ ਵੀ ਆਰ ਸੇਮ ਕਿਡ ਐਟ ਅ ਪੁਆਇੰਟ ਵੀ ਤਾਨੇ ਤਾਨੇ ਬਸ ਪਲੀਜ਼। ਸਾਨੂੰ ਦੋਵਾਂ ਨੂੰ ਲੱਗਦਾ ਵੀ ਜਿਹੜਾ ਬੱਚਾ ਕੁਝ ਨਹੀਂ ਮੰਗਦਾ ਜਾਂ ਨਹੀਂ ਤੰਗ ਕਰਦਾ ਉਹਨੂੰ ਕੁਝ ਨਹੀਂ ਮਿਲਦਾ। ਸਾਨੂੰ ਦੋਵਾਂ ਨੂੰ ਲੱਗਦਾ ਵੀ ਜਿਹੜੇ ਲੋਕੀ ਤੰਗ ਘੱਟ ਕਰਦੇ ਜਾਂ ਜ਼ਿਆਦਾ ਸਮਝ ਜਾਂਦੇ ਆ ਉਹ ਹਮੇਸ਼ਾ ਤੰਗ ਹੁੰਦੇ, ਉਹਨਾਂ ਨੂੰ ਕੁਝ ਨਹੀਂ ਮਿਲਦਾ। ਨਹੀਂ ਦੇਖੋ, ਪੀਸ ਲਵਰ ਜਾਂ ਸ਼ਾਂਤੀ ਪਸੰਦ ਹੋਣ ਦੀ ਕੀਮਤ ਤਾਂ ਦੇਣੀ ਪੈਂਦੀ ਹੈ ਤੁਹਾਨੂੰ, ਹੈ ਨਾ? ਸੋ ਉਹ ਤਾਂ ਹੈ। ਦੱਸ ਦੋ ਨਾ, ਕੀ ਦੱਸਾਂ? ਹਾਂ ਦੱਸੋ। ਸ਼ਾਂਤੀ ਪਸੰਦ ਹੋਣ ਦੀ ਕੀਮਤ ਤਾਂ ਹੈ, ਪਰ ਥੋੜਾ ਕੁਐਸਚਨ ਇਹ ਹੈ ਕਿ ਕੀ ਮੇਰਾ ਕੋਈ ਸੁਪਨਾ ਨਹੀਂ? ਮੈਂ ਡਾਇਰੈਕਟਰ ਹੀ ਬਣਨਾ ਚਾਹੁੰਦਾ। ਜੇ ਤੁਸੀਂ ਰਾਈਟਰ ਨਹੀਂ ਬਣਦੇ ਆਲਮੋਸਟ ਕੋਈ ਤਾਂ ਸਟੇਜ ਹੋਏਗੀ ਜਿੱਥੇ ਤੁਹਾਨੂੰ ਲੱਗਾ ਹੋਏਗਾ ਵੀ ਹੁਣ ਨਹੀਂ ਮੈਨੂੰ ਲਿਖਣ। ਜੇ ਮੈਂ ਰਾਈਟਰ ਡਾਇਰੈਕਟਰ ਨਾ ਹੁੰਦਾ, ਮੈਂ ਕਿਸੇ ਡੇਰੇ ਤੇ ਬੈਠਾ ਜੋਗੀ ਹੁੰਦਾ, ਕਿਉਂਕਿ ਮੈਨੂੰ ਜ਼ਿੰਦਗੀ 'ਚ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਮੈਨੂੰ ਬਚਪਨ ਤੋਂ ਹੀ ਫਿਲਮਾਂ ਹੀ ਵਧੀਆ ਲੱਗਦੀਆਂ ਸੀ, ਫਿਲਮਾਂ ਹੀ ਸੋਹਣੀਆਂ ਲੱਗਦਾ ਸੀ। ਮੈਂ ਰਾਜ ਕਪੂਰ ਦਾ ਫੈਨ ਸੀ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਮੈਂ ਫਿਲਮਾਂ ਦਾ ਹੀ ਫੈਨ ਸੀਗਾ। ਉਹ ਫਿਲਮ ਫਿਰ ਅਵਾਰਡ ਦੇਖਦਾ ਹੁੰਦਾ ਸੀ ਰਾਜ ਕਪੂਰ ਦਾ, ਜੋ ਇੱਕ ਦਿਨ ਮੇਰੇ ਹੱਥ 'ਚ ਵੀ ਆ ਗਿਆ। ਹਾਂ, ਉਹਦੇ ਲਈ ਮੈਨੂੰ ਤੁਰਨਾ ਪਿਆ। ਜੇ ਤੁਸੀਂ ਕਹੋ ਮੇਰੇ ਪੇਰੈਂਟਸ ਨੇ ਸਪੋਰਟ ਕੀਤੀ, ਉਹ ਕਿਵੇਂ ਸਪੋਰਟ ਕਰਦੇ? ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ ਇੰਡਸਟਰੀ 'ਚ। ਮੇਰੇ ਡੈਡੀ ਖੇਤੀ ਕਰਦੇ ਨੇ ਜੀ। ਸਾਡੇ ਰਿਸ਼ਤੇਦਾਰ ਕੈਨੇਡਾ ਤਾਂ ਹੈਗੇ ਨੇ ਪਰ ਬੰਬੇ ਨਹੀਂ ਹੈਗੇ। ਆਹ ਇੰਡਸਟਰੀ ਤਾਂ ਹੁੰਦੀ ਹੋਣੀ ਸੀ ਨਾ ਉਦੋਂ ਜਦੋਂ ਮੈਂ ਸਟਰਗਲ ਕਰਦਾ। ਇਹ ਇੰਡਸਟਰੀ ਨਹੀਂ ਸੀ। ਤਾਨੀਆ ਤਾਂ ਬਹੁਤ ਲੱਕੀ ਹੈ, ਹੈ ਨਾ? ਉਹ ਮਨਮੋਹਨ ਸਿੰਘ ਵਰਗੇ, ਹਰਭਜਨ ਮਾਨ ਵਰਗੇ, ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਇਸ ਇੰਡਸਟਰੀ ਨੂੰ ਇੱਥੇ ਪੈਦਾ ਕਰਤਾ ਜੀ। ਠੀਕ ਹੈ, ਧੀਰਜ ਭਾਜੀ ਨੇ, ਜਿਮੀ ਸ਼ੇਰਗਿੱਲ। ਸੋ ਇਹ ਇੰਡਸਟਰੀ ਹੁੰਦੀ ਨਹੀਂ ਸੀ। ਬੰਬੇ ਮੈਂ ਸਟਰਗਲ ਕਰਦਾ ਸੀਗਾ ਤੇ ਮੇਰੇ ਪੇਰੈਂਟਸ ਮੇਰੀ ਕੀ ਸਪੋਰਟ ਕਰਦੇ, ਕਿਉਂਕਿ ਉਹਨਾਂ ਨੂੰ ਉੱਥੇ ਕੌਣ ਜਾਣਦਾ ਸੀ। ਹਾਂ, ਕਦੇ ਕਦੇ ਮੈਨੂੰ ਜ਼ਰੂਰ ਕਹਿੰਦੇ ਸੀ ਵੀ ਕਾਕਾ ਕਿੱਥੇ ਧੱਕੇ ਖਾਂਦਾ ਫਿਰਦਾ, ਬੈਠ ਜਾ ਜੀ। ਤੇ ਉਹਨਾਂ ਦਾ ਕੋਈ ਕਸੂਰ ਨਹੀਂ। ਮੈਨੂੰ ਜਦੋਂ 5-6 ਸਾਲ ਲੰਘੇ ਕੁਛ ਨਹੀਂ ਬਣਿਆ ਤਾਂ ਉਹਨਾਂ ਨੇ ਕਿਹਾ ਕਿ ਕਾਕਾ ਬਸ ਕਰ ਜੀ। ਮੈਂ ਵੀ ਇੱਕ ਵਾਰ ਤਾਂ ਫਿਰ ਦੁਖੀ ਹੋ ਕੇ ਰੱਬ ਤੇ ਛੱਡ ਕੇ ਪਿੰਡ ਜਾ ਕੇ ਬਹਿ ਗਿਆ ਸੀ। ਉਦੋਂ ਮੈਨੂੰ ਪਿੱਛੋਂ ਫੋਨ ਕਾਲ ਆ ਗਿਆ ਕਿ ਆ ਜਾ ਕਾਕਾ ਤੇਰਾ ਕੰਮ ਬਣ ਗਿਆ ਜੀ। ਉਹ ਤੋਂ ਬਾਅਦ ਅੱਜ ਤੱਕ ਪਹੁੰਚ ਕੇ ਹੋ ਰਿਹਾ। ਫਿਰ ਰੱਬ ਦੀ ਕਾਲ ਆਈ ਸੀ। ਅਸਲ ਦੇ ਵਿੱਚ ਮੈਂ ਨਾ ਇੱਕ ਚੀਜ਼ ਮੰਨਦਾ, ਮੈਂ ਕਿਤੇ ਪੜ੍ਹੀ ਸੀ, ਤੁਹਾਡੀਆਂ ਦੋ ਤਰ੍ਹਾਂ ਦੀਆਂ ਇੱਛਾਵਾਂ ਹੁੰਦੀਆਂ ਨੇ। ਇੱਕ ਇੱਛਾ ਹੁੰਦੀ ਹੈ ਜਿਹੜੀ ਹਰ ਰੋਜ਼ ਪੈਦਾ ਹੁੰਦੀ ਹੈ ਤੇ ਹਰ ਰੋਜ਼ ਬਦਲਦੀ ਆ। ਇੱਧਰ ਦੇਖਿਆ ਉਹ ਕਾਰ ਲੈਣੀ ਆ, ਅਗਲੇ ਦਿਨ ਕਹਿੰਦੇ ਨਹੀਂ ਉਹ ਲੈਣੀ ਆ, ਫਲਾਨਾ ਕੰਮ ਕਰਨਾ, ਫਲਾਨਾ ਕੰਮ ਕਰਨਾ। ਇੱਕ ਇੱਛਾ ਹੁੰਦੀ ਜਿਹੜੀ ਤੁਸੀਂ ਲੈ ਕੇ ਪੈਦਾ ਹੁੰਦੇ ਹੋ। ਪਹਿਲਾਂ ਤਾਂ ਉਸ ਇੱਛਾ ਨੂੰ ਪਛਾਣੋ। ਜਿਵੇਂ ਤਾਨੀਆ ਨੇ ਕਿਹਾ ਕਿ ਆਪਣੇ ਸੁਪਨਿਆਂ ਨੂੰ ਨਾ ਛੱਡੋ, ਆਪਣੇ ਸੁਪਨਿਆਂ ਨੂੰ ਚੇਜ਼ ਕਰੋ। ਮੈਂ ਪਹਿਲਾਂ ਇਹ ਕਹਿਣਾ ਕਿ ਪਹਿਲਾਂ ਆਪਣੇ ਸੁਪਨੇ ਨੂੰ ਲੱਭੋ। ਇਹਦੇ ਵਿੱਚ ਜਿਹੜਾ ਤਾਨੀਆ ਦਾ ਕਿਰਦਾਰ ਆ, ਉਹ ਐਸਾ ਕਿਰਦਾਰ ਆ ਕਿ ਉਹਨੂੰ ਡਾਂਟ ਖਾਣ ਤੋਂ ਬਾਅਦ ਵੀ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਗਾ ਰਹੀ ਹਾਂ। ਤਾਨੀਆ ਦੇ ਕਿਰਦਾਰ ਨੂੰ ਇਹਦੀ ਫਿਲਮ ਦੇ ਵਿੱਚ ਦਿਖਾਇਆ ਸੀ 2 ਸੀਨਾਂ 'ਚ, ਇਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਗਾ ਰਹੀ ਹਾਂ। ਬਿਲਕੁਲ। ਔਰ ਉਹ ਦੱਸਣਾ ਵੀ ਉਹ ਡਾਂਟ ਵਾਲਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਜਦੋਂ ਐਵੇਂ ਵਿਰਕ ਝਿੜਕਦੇ ਹੈ ਜੀ। ਜੀ ਜੀ ਜੀ। ਗੱਲ ਇਹ ਹੈ ਕਿ ਪਹਿਲਾਂ ਸੁਪਨਾ ਆਪਦਾ ਲੱਭੋ ਕਿ ਤੁਹਾਡਾ ਅਸਲ ਸੁਪਨਾ ਰੱਬ ਨੇ ਪਾ ਕੇ ਕੀ ਭੇਜਿਆ ਜੀ। ਫਿਰ ਉਹਨੂੰ ਚੇਜ਼ ਕਰੋ। ਰੱਬ ਵੀ ਮਦਦ ਕਰਦਾ, ਉਹ ਹੋ ਜਾਊਗਾ ਪੱਕਾ। ਤੁਸੀਂ ਆਪਦੀ ਪੂਰੀ ਵਾਹ ਲਾ ਕੇ ਛੱਡ ਦਿਓ, ਫਿਰ ਆਪਣੇ ਆਪ ਕੁਦਰਤ ਤੁਹਾਨੂੰ ਫਲੋਟ ਕਰਕੇ। ਸੋ ਤੁਸੀਂ ਆਪਣੇ ਸੁਪਨਿਆਂ ਨੂੰ ਜਿਹੜਾ ਹੈਗਾ ਦੱਬਣ ਨਹੀਂ ਦਿੱਤਾ? ਨਹੀਂ, ਮੇਰੇ ਤਾਂ ਸੁਪਨੇ ਪੂਰੇ ਹੋ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਕਰੀਅਰ ਵਾਈਜ਼ ਤਾਂ ਮੇਰੇ ਤੋਂ ਜ਼ਿਆਦਾ ਖੁਸ਼ ਇਨਸਾਨ ਹੀ ਦੁਨੀਆ ਤੇ ਕੋਈ ਨਹੀਂ ਹੈਗਾ। ਮੈਂ ਮਸਤ, ਸਾਰਾ ਕੁਝ ਤਾਂ ਮਿਲ ਗਿਆ। 3 ਫਿਲਮ ਫਿਰ ਅਵਾਰਡ ਮਿਲ ਗਏ। ਕੀ ਬਾਤ ਹੈ। ਉੱਤੋਂ ਮੈਂਟਲ ਪੀਸ ਪਤਾ ਕਿੰਨਾ ਹੈ। ਕੋਈ ਇੰਸਟਾਗ੍ਰਾਮ ਨਹੀਂ, ਸਨੈਪਚੈਟ ਨਹੀਂ, ਕੋਈ ਫੇਸਬੁੱਕ ਨਹੀਂ, ਕੋਈ ਡਿਸਟਰੈਕਸ਼ਨ ਨਹੀਂ। ਛੋਟਾ ਫੋਨ ਰੱਖਿਆ, ਬਿਲਕੁਲ ਮੈਂਟਲ ਪੀਸ, ਮਜ਼ੇ ਨਾਲ ਮੈਡੀਟੇਸ਼ਨ ਕਰਦੇ ਹੈ ਐਂਡ ਸਵੇਰੇ ਆ ਕੇ ਪੁੱਛਣਗੇ ਹਾਂ ਅੱਜ ਕਿਆ ਚੱਲ ਰਿਹਾ ਬਾਹਰ। ਤੇ ਉਹ ਚੀਜ਼ ਜੋ ਬੰਦਾ ਇਸ ਯੁੱਗ 'ਚ ਵੀ ਭੋਗ ਰਿਹਾ, ਉਹ ਕਿੰਨਾ ਸੁੱਖੀ ਸਾਂਦੀ ਹੋਏਗਾ, ਤੁਸੀਂ ਆਪੇ ਸੋਚੋ। ਸੋ ਤੁਹਾਡੀ ਗੱਲ ਕਰ ਰਹੇ ਸੀਗੇ ਉਹ ਡਾਂਟ ਵਾਲਾ ਸੀਨ ਵੀ ਜਿਵੇਂ ਸੀਗਾ, ਸੋ ਕਿੱਦਾਂ ਉਹਨੂੰ ਫੀਲ ਕੀਤਾ, ਜਾਂ ਤੁਹਾਡੇ ਅੰਦਰ ਵੀ ਕੋਈ ਸੁਪਨਾ ਸੀਗਾ ਜਿਸ ਨੂੰ ਦੱਬਿਆ ਰਹਿ ਗਿਆ ਸੁਸਾਇਟੀ ਕਰਕੇ ਜਾਂ ਆਸੇ ਪਾਸੇ ਦੇ ਪ੍ਰੈਸ਼ਰ ਕਰਕੇ, ਜੋ ਉਹਨੂੰ ਤੁਸੀਂ ਇੰਨਾ ਫੀਲਿੰਗ ਦੇ ਨਾਲ ਨਿਭਾਇਆ? ਮੈਂ ਇਸ ਫਿਲਮ 'ਚ ਨਾ 2-3 ਚੀਜ਼ਾਂ ਬਹੁਤ ਪਿਆਰੀਆਂ ਫੀਲ ਕੀਤੀਆਂ। ਇੱਕ ਸੀਨ ਸੀ ਜਦੋਂ ਉਹ ਜਿਹੜਾ ਟ੍ਰੇਲਰ 'ਚ ਤੁਸੀਂ ਵੇਖਿਆ ਵੀ ਐਮੀ ਝਿੜਕਦਾ, ਸੋ ਮੈਨੂੰ ਉਦੋਂ ਫੀਲ ਹੋਇਆ ਵੀ ਜਦੋਂ
ਜਿਹੜੀ ਕੁੜੀ ਜਿਹਦੇ ਨਾਲ ਵਿਆਹ ਕੇ ਆਈ ਹੈ, ਜਦੋਂ ਤੁਹਾਨੂੰ ਉਹੀ ਅੱਗੋਂ ਝਿੜਕਦਾ ਹੋਏਗਾ 2 ਮਿੰਟ ਲਈ, ਤਾਂ ਤੁਹਾਨੂੰ ਸਾਰੇ ਬੇਗਾਨੇ ਨਹੀਂ ਲੱਗਦੇ ਹੋਣਗੇ ਉਸ ਘਰ 'ਚ, ਯਾਰ ਆਈ ਤਾਂ ਮੈਂ ਇਹਦੇ ਨਾਲ ਸੀ, ਨਹੀਂ ਝਿੜਕਦਾ ਮੈਨੂੰ। ਤਾਂ ਮੈਨੂੰ ਉਸ ਦਿਨ ਇਹ ਲੱਗਾ, ਬਿਕੋਜ਼ ਮੇਰਾ ਉਹ ਐਕਸਪੀਰੀਅੰਸ ਹੈ ਨਹੀਂ, ਬਟ ਉਹ ਚੀਜ਼ ਮੈਨੂੰ ਲੱਗੀ। ਕਈ ਵਾਰੀ ਮੈਨੂੰ ਲੱਗਦਾ ਮੇਰੇ ਕਿਰਦਾਰ ਪਲੇ ਕਰਦੇ ਕਰਦੇ ਮੈਂ ਰੀਅਲ ਲਾਈਫ ਦੇ ਇੰਨੇ ਪਿਆਰੇ ਐਕਸਪੀਰੀਅੰਸਿਸ ਪਿਕ ਕਰ ਲੈਂਦੀ ਹਾਂ ਨਾ। ਇੰਟਰਵਲ ਸਾਡਾ ਬਹੁਤ ਪਿਆਰਾ ਹੈ, ਤੁਸੀਂ ਉਹ ਵੇਖਣਾ, ਐਂਡ ਸਾਡਾ ਕਲਾਈਮੈਕਸ ਬਹੁਤ ਪਿਆਰਾ ਹੈ। ਉਹ ਮੈਂ ਆਫਟਰ ਕਿਸ ਦਿਨ ਤੁਹਾਨੂੰ ਉਹਦੇ 'ਚ ਦੱਸੂੰਗੀ ਵੀ ਮੈਂ ਉੱਥੇ 2-3 ਚੀਜ਼ਾਂ ਰੀਅਲਾਈਜ਼ ਕੀਤੀਆਂ ਉਹ ਕਰੈਕਟਰ ਪਲੇ ਕਰਦੇ ਕਰਦੇ, ਜੋ ਮੇਰੀ ਲਾਈਫ 'ਚ ਸ਼ਾਇਦ ਨਹੀਂ ਹੋਏ ਜਾਂ ਮੈਂ ਉਸ ਕਰੈਕਟਰ ਸਟੇਜ 'ਤੇ ਨਾ ਹੋਵਾਂ, ਬਟ ਉਹ ਪਿਆਰੀਆਂ ਚੀਜ਼ਾਂ ਸੀ ਬਹੁਤ। ਸੋ ਐਂ ਲੱਗਦਾ ਵੀ ਕਈ ਵਾਰੀ ਐਕਟਿੰਗ ਕਰਦੇ ਕਰਦੇ ਨਾ ਤੁਹਾਨੂੰ ਰਿਸ਼ਤਿਆਂ ਦੀ ਹੋਰ ਸਮਝ ਆ ਜਾਂਦੀ ਹੈ, ਤੁਹਾਨੂੰ ਸਿਚੁਏਸ਼ਨਸ ਹੋਰ ਵਧੀਆ ਬਰੀਕੀ ਨਾਲ ਸਮਝ ਆ ਜਾਂਦੀ ਹੈ। ਸੋ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਜੀ, ਮੈਨੂੰ ਇਹਦੀਆਂ ਗੱਲਾਂ ਤੋਂ ਇੱਕ ਗੱਲ ਯਾਦ ਆ ਗਈ ਯਾਰ। ਇਹ ਕੁੜੀ 'ਚ ਇੱਕ ਸਿਫਤ ਆ ਤਾਨੀਆ 'ਚ, ਤਾਂ ਪਤਾ ਨਹੀਂ ਉਹ ਕਿਵੇਂ ਪੈਦਾ ਹੋਈ ਆ, ਉਹ ਤਾਨੀਆ ਹੀ ਜਾਣਦੀ ਆ ਜਾਂ ਤਾਨੀਆ ਦਾ ਰੱਬ ਜਾਣਦਾ ਜੀ। ਇੱਕ ਹੁੰਦਾ ਕਿ ਆਪਾਂ ਜਦੋਂ ਕੁਝ ਕਹਿ ਨਹੀਂ ਪਾਉਂਦੇ, ਆਪਾਂ ਨੂੰ ਪਤਾ ਕਿ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਫਿਰ ਵੀ ਆਪਾਂ ਆਪਦੀ ਖਾਮੋਸ਼ੀ ਨਾਲ ਕੁਝ ਕਹਿ ਜਾਂਦੇ ਹਾਂ ਜੀ। ਸਾਹਮਣੇ ਵਾਲਾ ਸਮਝ ਪਾਵੇ ਨਾ ਪਾਵੇ, ਪਰ ਆਪਾਂ ਆਪਣੀ ਖਾਮੋਸ਼ੀ ਨਾਲ ਕਹਿ ਜਾਂਦੇ ਹਾਂ। ਤਾਨੀਆ ਜੋ ਚੀਜ਼ ਇੰਨੀ ਜ਼ਬਰਦਸਤ ਆ ਨਾ ਇਸ ਫਿਲਮ 'ਚ, ਉਹ ਸਾਹਮਣੇ ਵੀ ਆਉਂਦਾ ਜਦੋਂ ਇੱਕ ਸੀਨ ਆ ਕੇ ਐਮੀ ਆ ਕੇ ਇਹਦੀ ਬਾਂਹ ਮਰੋੜਦਾ ਤੇ ਕਹਿੰਦਾ ਅੱਜ ਤੋਂ ਬਾਅਦ ਤੂੰ ਗਾਉਣਾ ਨਹੀਂ ਜੀ। ਤੇ ਉਦੋਂ ਉਹ ਤਾਨੀਆ ਨੇ ਉਹ ਕੀਤਾ ਕਿ ਅਬ ਹੁਣ ਕੁਝ ਬੋਲ ਤਾਂ ਸਕਦੇ ਹੀ ਨਹੀਂ, ਹੁਣ ਤਾਂ ਹੋ ਗਿਆ ਕੰਮ, ਤੇਰੇ ਲੜ ਲੱਗ ਗਏ ਜੀ। ਸਿਰਫ ਦੇਖਣਾ, ਹਾਲਾਂਕਿ ਇਹਨੂੰ ਨਹੀਂ ਪਤਾ ਕਿ ਐਮੀ ਦੇਖ ਰਿਹਾ ਕਿ ਨਹੀਂ, ਪਰ ਉਹ ਜਿਹੜਾ ਦੇਖਣਾ, ਉਹ ਜਿਹੜੀ ਪੇਨ, ਉਹ ਜਿਹੜੀ ਸਾਇਲੈਂਸ ਆ, ਜਿਹੜਾ ਚੁੱਪੀ 'ਚ ਕੁਝ ਕਹਿ ਜਾਣਾ, ਉਹ ਇਸ ਕੁੜੀ ਤੋਂ ਵੱਧ ਕੋਈ ਵਧੀਆ ਨਹੀਂ ਕਰਦਾ ਇਸ ਇੰਡਸਟਰੀ 'ਚ। ਇਹ ਇਹਦੀ ਸਭ ਤੋਂ ਵਧੀਆ ਗੱਲ ਆ ਜੀ। ਸੋ ਨਿੱਕੇ ਨਿੱਕੇ गौर से देख लो, ये फ्रेम तारीफ कर रहे हैं मेरे, हमारे सबसे बड़े डायरेक्टर यहाँ के। ਤੇ ਤੈਨੂੰ ਪਤਾ ਕਿ ਉਹ इन्हों हेडलाइन ते लाए होके। ਤੈਨੂੰ ਪਤਾ ਕਿ ਉਹ ਸੀਨ 'ਚ ਜਦੋਂ ਐਮੀ ਉਹ ਕਰਕੇ ਚਲਾ ਜਾਂਦਾ, ਤੈਨੂੰ ਵੀ ਨਹੀਂ ਪਤਾ ਉੱਥੇ ਜੋ ਜੋਤਿਕਾ ਨੇ ਗਾਇਆ ਤੇ ਜਿਹੜੀਆਂ ਲਾਈਨਸ ਅਸੀਂ ਉੱਥੇ ਮੌਕੇ ਤੇ ਲਿਖ ਕੇ ਗਵਾਈਆਂ, ਉਹ ਇੰਨੀਆਂ ਸੋਹਣੀਆਂ ਨੇ, ਤੂੰ ਖੁਸ਼ ਹੋ ਜਾਏਗੀ ਦੇਖ ਕੇ। अच्छा ਹਾਂ ਜੀ। ਮੈਂ ਤੇ ਆਪ ਐਕਸਾਈਟਡਲੀ ਵੇਟ ਕਰ ਰਹੀ ਹਾਂ ਵੀ ਕਿਦੋਂ ਥੀਏਟਰਸ 'ਚ ਆਏ ਬਾਜੇ ਦਾ ਸਿੱਟਾ, ਮੈਂ ਫੁੱਲ ਸਾਊਂਡ ਸਿਸਟਮ ਦੇ ਨਾਲ ਸਾਰੇ ਆਪਣੇ ਗਾਣੇ ਸੁਣਾ ਉਸ ਫਿਲਮ ਦੇ। ਸੋ ਨਿੱਕੇ ਨਿੱਕੇ ਢਿੰਗਰੇ ਸੰਦੂਕ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ, ਉਹ ਹੈਗੇ ਆ ਜੀ ਬਹੁਤ ਰਾਤ ਪਵਾ ਰੇਲ ਹੈ। ਉਹ ਯਾਰ ਤੂੰ ਦੱਸਤਾ, ਲੋਕਾਂ ਨੇ ਉੱਥੇ ਜਾ ਕੇ ਦੇਖਣਾ ਸੀ। ਉਹ ਤੇ ਕਿੰਨੀਆਂ ਬੁਝਾਰਤਾਂ ਨੇ ਸਾਡੀ ਫਿਲਮ 'ਚ, ਆਇਓ ਸਗੋਂ ਲਿਖ ਕੇ ਲਿਜਾਇਓ ਨਾ, ਜਾ ਕੇ ਆਪਣੀਆਂ ਨਾਨੀਆਂ ਦਾਦੀਆਂ ਨੂੰ ਪੁੱਛਿਓ, ਬਹੁਤ ਪਿਆਰੀਆਂ ਪਿਆਰੀਆਂ ਬੁਝਾਰਤਾਂ। ਤੇ ਇਹਦਾ ਹੈ ਜਵਾਬ ਰੇਲ ਗੱਡੀ। ਜੀ। ਸੋ ਲੋਕ ਰੂਪ ਤੇ ਬਸੰਤ ਦੀ ਜੋੜੀ ਨੂੰ ਦੇਖਣ ਕਿਉਂ ਜਾਣ ਸਿਨੇਮਾ ਘਰਾਂ 'ਚ ਲਾਸਟ? ਲੋਕ ਰੂਪ ਤੇ ਪਸੰਦ ਦੀ ਜੋੜੀ ਨੂੰ ਦੇਖਣ ਇਸ ਲਈ ਜਾਣ ਕਿਉਂਕਿ ਉਸ ਜੋੜੀ ਦੇ ਨਾਲ ਨਾਲ ਅਸੀਂ ਤੁਹਾਨੂੰ ਬਹੁਤ ਮਿੱਠਾ, ਬਹੁਤ ਸੋਹਣਾ, ਸਰੋਂ ਦੇ ਫੁੱਲ ਵਰਗਾ ਪੰਜਾਬ ਦਿਖਾਉਣਾ ਜੀ। ਉਹਨੂੰ ਵੀ ਦੇਖਣ, ਤੇ ਸਾਡੇ ਪੰਜਾਬ ਦੇ ਖੂਬਸੂਰਤ ਚਿਹਰੇ, ਖੂਬਸੂਰਤ ਗੱਲਾਂ, ਖੂਬਸੂਰਤ ਬਾਤਾਂ ਤੇ ਖੂਬਸੂਰਤ ਰਿਸ਼ਤੇ, ਇਹ ਸਾਰੇ ਦੇਖ ਕੇ ਇਹਨਾਂ ਦਾ ਮਜ਼ਾ ਲੈ ਕੇ ਆਉਣ। ਜੀ। ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਤਾਨੀਆ, ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ। ਸੋ ਦੋਸਤੋ, ਜੇ ਤੁਸੀਂ ਲੰਬੜਦਾਰਾਂ ਦੀਆਂ ਕੁੜੀਆਂ ਰੂਪ ਤੇ ਬਸੰਤ ਨੂੰ ਮਿਲਣਾ ਹੈ ਤੇ ਉਹਦੇ ਲਈ ਤੁਹਾਨੂੰ 15 ਜੁਲਾਈ ਨੂੰ ਸਿਨੇਮਾ ਘਰਾਂ ਦਾ ਦਰਵਾਜ਼ਾ ਜਾ ਕੇ ਖੜਕਾਉਣਾ ਹੀ ਪੈਣਾ ਹੈ, ਕੁਰਸੀਆਂ ਤੇ ਬਹਿਣਾ ਹੀ ਪੈਣਾ ਹੈ ਤੇ ਤਾੜੀਆਂ ਵੀ ਮਾਰਨੀਆਂ ਪੈਣੀਆਂ। ਹੋ ਸਕਦਾ ਅੱਖਾਂ ਨਮ ਲੈ ਕੇ ਵੀ ਆਓ। ਕਿੱਦਾਂ ਦਾ ਤਜਰਬਾ ਰਹਿਣ ਵਾਲਾ, ਇਹਦੇ ਲਈ ਵੇਟ ਕਰਨੀ ਪੈਣੀ ਹੈ ਤੇ ਸਿਨੇਮਾ ਘਰਾਂ ਤੱਕ ਜਾਣਾ ਪੈਣਾ ਹੈ। ਉਮੀਦ ਹੈ ਅਸੀਂ ਤੁਹਾਡੀ ਵੇਟ ਕਰਾਂਗੇ, ਠੀਕ ਹੈ। 15 ਤਰੀਕ ਨੂੰ ਜ਼ਰੂਰ ਆਇਓ ਤੇ ਸਰਪ੍ਰਾਈਜ਼ ਵਿਜ਼ਿਟਸ ਵੀ ਕਰਾਂਗੇ ਅਸੀਂ ਸਾਰੇ ਥੀਏਟਰਸ 'ਚ ਤੁਹਾਨੂੰ ਮਿਲਣ ਲਈ। ਫੁੱਲ ਐਂਟਰਟੇਨਮੈਂਟ ਹੈ ਤੁਹਾਡਾ, ਸੋ ਗੋ ਐਂਡ ਵਾਚ ਬਾਜੇ ਦਾ ਸਿੱਟਾ। ਮਿਸ ਨਾ ਕਰਿਓ ਗਾਇਜ਼, ਬਹੁਤ ਮਿਹਨਤ ਲੱਗੀ ਇਸ ਫਿਲਮ ਤੇ, ਮਿਊਜ਼ਿਕ ਤੇ ਵੀ, ਹਰ ਚੀਜ਼ ਤੇ। ਅਸੀਂ 1.5 ਸਾਲ ਲਾ ਕੇ ਬਣਾਈ ਹੈ ਫਿਲਮ, ਸਿਰਫ ਤੇ ਸਿਰਫ ਤੁਹਾਡੇ ਲਈ। ਇੱਕ ਚੀਜ਼ ਮੈਂ ਸਾਡਾ ਇੰਟਰਵਿਊ ਮੁੱਕੀ ਨਹੀਂ, 2 ਮਿੰਟ ਸਾਨੂੰ ਦੇ ਦਿਓ ਮਾਈਕ। ਓਕੇ ਹਾਂ, ਫਨ ਸੈਸ਼ਨ ਆਪਾਂ ਕਰਦੇ ਹਾਂ, ਠੀਕ ਹੈ। ਚਲੋ ਸਰ। ਹਾਂ, ਇੱਕ ਚੀਜ਼ ਮੈਂ ਆਡੀਅנס ਨੂੰ ਕਹਿਣਾ ਚਾਹੁੰਦਾ। ਅੱਜ ਹੀ ਮੈਂ ਪ੍ਰੋਡਿਊਸਰਸ ਨਾਲ ਵੀ ਸਲਾਹ ਕਰ ਰਿਹਾ ਸੀਗਾ, ਅਸੀਂ ਅਨਾਉਂਸ ਕਰਨਾ ਹੀ ਸੀਗਾ, ਉਹ ਵਧੀਆ ਮੌਕਾ। ਅਸੀਂ ਸਵੇਰ ਦੇ ਇੰਨੇ ਭੱਜ ਨੱਠ ਕਰ ਰਹੇ ਹਾਂ ਕਿ ਕਈ ਚੀਜ਼ਾਂ ਸਕਿਪ ਹੋਈ ਜਾ ਰਹੀਆਂ ਨੇ, ਵਧੀਆ ਮੌਕਾ ਮਿਲ ਗਿਆ ਸੀ। ਮੈਂ ਇਸ ਜਗ੍ਹਾ ਤੇ, ਇਸ ਪਲੇਟਫਾਰਮ ਤੇ ਕਹਿ ਦਿੰਦਾ, ਸਾਰੀਆਂ ਬੀਬੀਆਂ ਭੈਣਾਂ ਨੂੰ ਇੱਕ ਅਰਦਾਸ ਆ ਕਿ ਤੁਸੀਂ ਸੁਰਮੇਦਾਨੀ ਜਾਂ ਗਲੀ ਲਾਹੌਰ ਦੀ ਜਾਂ ਤਾਰਿਆਂ ਤੋਂ ਪੁੱਛ 94 ਜਾਂ ਬਾਜਰੇ ਦਾ ਸਿੱਟਾ, ਜਿਹੜੇ ਸਾਡੇ ਗਾਣੇ ਆਏ ਨੇ, ਇਹਨਾਂ ਗਾਣਿਆਂ ਤੇ ਰੀਲਾਂ ਬਣਾ ਕੇ ਸਾਨੂੰ ਟੈਗ ਕਰੋ, ਤਾਨੀਆ ਨੂੰ ਟੈਗ ਕਰੋ, ਰੀਲਾਂ ਬਣਾ ਕੇ ਤੁਸੀਂ YouTube ਤੇ ਪਾਓ। ਜਿਹਦੀ ਰੀਲ ਸਾਨੂੰ ਸਭ ਤੋਂ ਵਧੀਆ ਲੱਗੂਗੀ ਉਹਨੂੰ ਮੈਂ ਜਸ ਗਰੇਵਾਲ, ਜਿਹੜਾ ਸ਼੍ਰੀ ਨਰੋਤਮ ਪ੍ਰੋਡਕਸ਼ਨ ਹਾਊਸ ਨਾਲ ਅਗਲੀ ਮੂਵੀ ਅਸੀਂ ਪਲਾਨ ਕਰ ਰਹੇ ਹਾਂ, ਉਸ ਫਿਲਮ ਦੇ ਵਿੱਚ ਉਸ ਕੁੜੀ ਨੂੰ ਕਾਸਟ ਕੀਤਾ ਜਾਊਗਾ। अरे वाह, क्या बात। देखिए लकी ड्रॉ है आपके लिए। मेन हीरोइन नहीं, पर
ਕੈਰੈਕਟਰ ਦੇ ਵਿੱਚ ਉਹਨੂੰ ਕਾਸਟ ਕੀਤਾ ਜਾਊਗਾ। ਲੱਕੀ ਡਰਾਅ ਜੀ ਤੁਹਾਡੇ ਲਈ, ਤੁਸੀਂ ਭੇਜੋ, ਮੇਰੀ ਈਮੇਲ ਆਈਡੀ ਪਈ ਹੈ ਮੇਰੇ ਇੰਸਟਾਗ੍ਰਾਮ ਅਕਾਊਂਟ ਤੇ, ਤੁਸੀਂ ਜੀ ਖੋਲ ਕੇ ਭੇਜੋ ਨਰੋਤਮ ਜੀ ਦੀ ਇੰਸਟਾਗ੍ਰਾਮ ਤੇ, ਮੈਂ ਫਾਰਵਰਡ ਕਰੂੰਗੀ ਤੁਹਾਡੀਆਂ। ਬਟ ਡੂ ਨਾਟ ਮਿਸ ਦੈਟ ਚਾਂਸ ਲੇਡੀਜ਼ ਐਂਡ ਜੈਂਟਲਮੈਨ। ਅੱਛਾ ਪਰ ਕੁੜੀਆਂ ਲਈ ਹੈ ਨਾ, ਬਸ ਕੁੜੀਆਂ ਲਈ, all the ladies get a chance to be featured in Jas Kariwal's film. So golden opportunity, ਬਾਜੇ ਦੀ ਸਿੱਟ opportunity ਹੈ ਤੁਹਾਡੀ। ਕੁੜੀਆਂ ਐਂਡ ਬੱਚੀਆਂ। ਯੈਸ ਹਾਂ, ਮੈਂ ਤੁਹਾਡੇ ਆਲਮੋਸਟ ਸਾਰੇ ਦੇਖਣੀਆਂ ਇੰਟਰਵਿਊਜ਼ ਵਗੈਰਾ ਜਿਨ੍ਹਾਂ ਦੇ ਵੀ ਕੀਤੇ ਹੁੰਦੇ ਆ। ਐਂਡ ਥੈਂਕ ਯੂ ਟੂ ਦੀ ਆਡੀਅנס ਜਿਹੜੀ ਜਾ ਕੇ ਅੱਖਰ ਵੇਖਦੀ ਹੈ, ਇਟ ਮੀਨਸ ਅ ਲੋਟ। ਐਂਡ ਸਬਸਕ੍ਰਾਈਬ ਕਰੋ। ਹਾਂ, ਹਾਈ ਗਾਈਜ਼, ਦਿਸ ਇਜ਼ ਤਾਨੀਆ, ਪਲੀਜ਼ ਗੋ ਐਂਡ ਸਬਸਕ੍ਰਾਈਬ ਅੱਖਰ, ਠੀਕ ਹੈ ਨਾ? ਥੈਂਕ ਯੂ ਸੋ ਮਚ। ਸੋ ਤੁਸੀਂ ਸਾਰਿਆਂ ਨੇ ਵੀ ਬਾਜ਼ਰੇ ਦਾ ਸਿੱਟਾ ਮੂਵੀ ਦੇਖਣ ਜਾਣੀ ਹੈ। ਸੋ ਤਾਨੀਆ ਨੇ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਰਦਾਰ ਰਹਿਣ ਵਾਲਾ, ਔਰ ਕਿੰਨੇ ਸਾਰੇ ਜਿਹੜੇ ਸਰਪ੍ਰਾਈਜ਼ਸ ਨੇ ਉਹ ਤੁਹਾਨੂੰ ਮਿਲਣ ਵਾਲੇ ਨੇ। ਸੋ ਅਸੀਂ ਇਸੇ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੇ ਰਹਾਂਗੇ ਪੰਜਾਬੀ ਸਿਨੇਮਾ ਦੇ ਵਿੱਚ ਕੀ ਕੁਛ ਨਵੀਆਂ ਕਾਰਗੁਜ਼ਾਰੀਆਂ ਹੋ ਰਹੀਆਂ ਨੇ ਤੁਹਾਡੇ ਰੂਬਰੂ ਲੈ ਕੇ ਆਉਂਦੀਆਂ। ਪਰ ਫਿਲਹਾਲ ਸਾਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਸਤਿ ਸ੍ਰੀ ਅਕਾਲ, ਧੰਨਵਾਦ। ਅੱਜ ਮੈਂ ਬਿੰਦੀ ਲਾਣੀ ਭੁੱਲ ਗਈ। ਓ ਮਾਈ ਗॉड, ਮੈਂ ਤੈਨੂੰ ਗਾਣਾ ਕਿਹਾ ਸੀ ਚਿਹਰੇ ਪੇ ਗਿਰੀ ਜ਼ਰੂਰ। ਤੂੰ ਕਿਹੜੇ ਕਿਹੜੇ ਰਫੀ ਦੇ ਗਾਣੇ ਯਾਦ ਕੀਤੇ ਸੀ? ਤੁਸੀਂ ਦੱਸੋ 2-3 ਆਪਸ਼ਨਸ। ਚਸ਼ਮੇ ਬੱਦੂ, ਤੁਸੀਂ ਕਿਹਦਾ ਗਾਣਾ ਗਾਣੋ ਕਹਿ ਰਹੇ ਹੋ? ਜਾਂ ਇੱਕ ਉਹ ਸੀ ਚਸ਼ਮੇ ਬੱਦੂ। ਕੋਈ ਨਹੀਂ, ਫਿਲਮ ਚ ਬਾਹਰ ਕਿਉਂ ਆਲਰੇਡੀ ਗਾਣੇ ਨਾ, ਮੇਰੀ ਸੁਰਤ ਪਲਾਤੀ ਤੇਰੇ ਨਾਂ ਦੇ ਅੱਖਰ ਨੇ ਨਾ। ਐਡ ਲਾਈਨਾਂ ਤੁਸੀਂ ਮੇਰੇ YouTube ਚੈਨਲ ਦੇ ਐਵਰੀ ਨੀਲੀ ਟਾਕੀ। ਮੈਂ ਕੀ ਕਰਨਾ, ਮੈਂ ਦੱਸ। ਨੀਲੀ ਟਾਕੀ ਚੌਲ ਬੰਦੇ ਦਿਨੇ ਗਵਾਚੇ ਰਾਤੀ ਲੱਭੇ। ਤੁਸੀਂ ਦੱਸੋ, ਵੈਸੇ ਵੀ ਰਾਤ ਤਾਰੇ। ਤੁਸੀਂ ਪਵਾਤੀ ਹੈ ਤਾਰੇ ਹੈ ਨਾ? ਮਾਈਕ ਨਹੀਂ ਹੈ ਪਰ ਤੁਹਾਡੇ ਤਾਰੇ 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 ਸਰ ਮੈਂ ਦੱਸਦਾ, ਸਾਡੀ ਟੀਮ ਸੀ ਬਟ ਅਸੀਂ ਜਿੱਤ ਗਏ। ਹੋਰ ਹੋਰ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ। ਸੂਈ ਧਾਗਾ। ਉਹਦੀ ਹੁਣ ਬਾਜ਼ਾਰ ਬਣਾ ਕੇ ਸੁਣਾਈਏ ਇਹ ਧੱਕਾ ਲੈ। ਆਪ ਕੰਮ ਸੌਖਾ ਕਰਦੇ ਕਿਉਂਕਿ ਰਬੜ ਬੈਂਡ ਉਹਦੀ ਬਣਾ। ਹੋਰ ਦੱਸੋ, ਹੋਰ ਅੱਖਰ ਵਾਲਿਆਂ ਨੂੰ ਐਂਟਰਟੇਨ ਕਰਨੀ, ਸਾਡੀ ਆਡੀਅנס ਨੂੰ ਐਂਟਰਟੇਨ ਕਰਨੀ। ਮੈਂ ਅੱਜ ਸੋਚ ਕੇ ਆਈ ਸੀ ਵੀ ਮੈਂ ਜਸ ਸਰ ਦੀ ਇੰਟਰਵਿਊ ਲਵਾਂਗੀ ਤੇ ਜਸ ਸਰ ਮੇਰੀ ਇੰਟਰਵਿਊ ਲੈਣਗੇ, ਅਸੀਂ ਹੋਸਟ ਨੂੰ ਅੱਜ ਰਿਲੀਵ ਕਰ ਦਾਂਗੇ। ਸਤਿ ਸ਼੍ਰੀ ਅਕਾਲ ਜੀ, ਅੱਖਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਹਾਈ ਗਾਈਜ਼, ਦਿਸ ਇਜ਼ ਤਾਨੀਆ, ਪਲੀਜ਼ ਗੋ ਐਂਡ ਸਬਸਕ੍ਰਾਈਬ ਅੱਖਰ।